ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪੌੜੀ ਤਿਸ ਗੁਰ ਕਉ ਹਉ ਵਾਰਿਆ, ਜਿਨ ਹਰ ਕੀ ਹਰ ਕਥਾ ਸੁਣਾਈ। ਤਿਸ ਗੁਰ ਕਉ ਹਉ ਵਾਰਿਆ, ਜਿਨ ਹਰ ਕੀ ਹਰ ਕਥਾ ਸੁਣਾਈ। ਤਿਸ ਗੁਰ ਕਉ ਸਦ ਬਲਿਹਾਰਣੈ, ਜਿਨ ਹਰ ਸੇਵਾ ਬਣਤ ਬਣਾਈ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੈ ਕਿਥੈ ਮੈਨੂੰ ਲਈ ਛਡਾਈ। ਤਿਸ ਗੁਰ ਕਉ ਸ਼ਾਬਾਸ ਹੈ, ਜਿਨ ਹਰ ਸੋਝੀ ਪਾਈ। ਨਾਨਕ ਗੁਰ ਵਿਟਹੁ ਵਾਰਿਆ, ਜਿਨ ਹਰ ਨਾਮ ਦੀਆ। ਮੇਰੇ ਮਨ ਕੀ ਆਸ ਪੁਰਾਈ। ਨਾਨਕ ਗੁਰ ਵਿਟਹੁ ਵਾਰਿਆ, ਜਿਨ ਹਰ ਨਾਮ ਦੀਆ। ਮੇਰੇ ਮਨ ਕੀ ਆਸ ਪੁਰਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਆ। ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ, ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ, ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ, ਜੋ ਸੱਚੇ ਪਾਤਸ਼ਾਹ ਸਾਹਿਬ ਨੇ ਕਿਰਪਾ ਕੀਤੀ ਹੈ। ਸੰਪੂਰਨ ਰਹਿਣ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਈ ਹੈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅੰਮ੍ਰਿਤ ਵੇਲੇ ਸੱਚੇ ਸਾਹਿਬ ਦੀ ਬਖਸ਼ਿਸ਼ ਦਾ ਦਰ ਖੁੱਲ੍ਹਦਾ। ਸਾਡੇ ਵਾਸਤੇ ਉਪਦੇਸ਼ ਅੰਮ੍ਰਿਤਮਈ ਵਿਚਾਰ ਦੇ ਰੂਪ ਵਿੱਚ ਮਿਲਦਾ। ਉਸੇ ਸ਼ਬਦ ਨੂੰ ਸਾਡੇ ਵਡੇਰਿਆਂ ਨੇ ਸ਼੍ਰੀ ਮੁਖਵਾਕ ਕਿਹਾ, ਤੇ ਅੱਜ ਸ਼੍ਰੀ ਮੁਖਵਾਕ ਵਿੱਚ ਮਹਾਰਾਜ ਕਹਿੰਦੇ ਮੰਨ ਰੇ ਕੌਣ ਕੁਮਤ ਤੈਲੀ ਨਹੀਂ। ਸਾਡੀ ਜੋ ਜੀਵਨ ਦੀ ਜੁਗਤ ਹੈ,
ਜਿਸ ਜੀਵਨ ਢੰਗ ਦੇ ਨਾਲ ਅਸੀਂ ਜੀ ਰਹੇ ਹਾਂ, ਸ਼ਾਇਦ ਕਿਤੇ ਨਾ ਕਿਤੇ ਮਹਾਰਾਜ ਦੀ ਨਜ਼ਰੇ ਪ੍ਰਵਾਨ ਨਹੀਂ ਚੜ੍ਹਦੀ ਨਜ਼ਰ ਆ ਰਹੀ। ਇੱਕ ਦੁਨੀਆ ਦਾ ਵਿਅਕਤੀ ਕਹੇਗਾ, ਦੇਖੋ ਜੀ ਸ਼ਬਦ ਨੇ ਸੁਭਾਵਕ ਹੀ ਆਉਂਦੇ ਨੇ, ਪਰ ਸੁਭਾਵਕ ਨਹੀਂ ਆਉਂਦੇ, ਗੁਰੂ ਨੇ ਉਪਦੇਸ਼ ਦਿੰਦੇ ਨੇ। ਸਾਨੂੰ ਆਪਣੇ ਆਪ ਦੇ ਵਿੱਚ ਬਦਲਾਵ ਕਰਨ ਦੀ ਜ਼ਰੂਰਤ ਹੈ। ਆਪਣੇ ਅੰਦਰ, ਜਿਹਨੂੰ ਪੁਰਾਣੇ ਲੋਕ ਕਹਿੰਦੇ ਸਨ, ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਦੀ ਲੋੜ ਹੈ। ਸਾਨੂੰ ਆਪਣੇ ਆਪ ਨੂੰ ਵੇਖਣ ਦੀ ਜ਼ਰੂਰਤ ਹੈ ਕਿ ਜੋ ਕੁਝ ਅਸੀਂ ਕਰ ਰਹੇ ਹਾਂ, ਇਹ 'ਚ ਕੀ ਸੰਭਵ ਅਸੀਂ ਖੁਦ ਬਦਲਾਵ ਕਰ ਸਕਦੇ ਹਾਂ, ਕਿਉਂਕਿ ਹੁਣ ਬਦਲਾਵ ਤਾਂ ਅਸੀਂ ਆਪ ਹੀ ਕਰਨੇ ਨੇ। ਕੁਝ ਬਦਲਾਵ ਹੁੰਦੇ ਜੋ ਅਸਾਂ ਕਰਨੇ ਨੇ, ਅਤੇ ਜਦੋਂ ਅਸੀਂ ਉਹ ਕੰਮ ਸ਼ੁਰੂ ਕਰ ਦੇਨੇ ਹਾਂ ਤਾਂ ਸਫਲਤਾ ਅਤੇ ਗੁਰਦੇਵ ਲੈ ਕੇ ਜਾਂਦੇ ਨੇ। ਜਿਸ ਨੂੰ ਅਸੀਂ ਸਮਝਣ ਸਮਝਾਉਣ ਲਈ ਕਹਿੰਦੇ ਨੇ ਵੀ ਕੁਝ ਅਸਾਂ ਕਰਨਾ ਹੁੰਦਾ ਹੈ ਅਤੇ ਕੁਝ ਗੁਰੂ ਕਰਤੇ ਨੇ ਕਰਨਾ ਹੁੰਦਾ ਹੈ। ਅਤੇ ਗੁਰੂ ਕਰਤਾ ਪੁਰਖ ਤਦੋਂ ਹੀ ਕਰਦੇ ਨੇ ਜਦੋਂ ਕੁਝ ਅਸੀਂ ਕਰਾਂਗੇ, ਅਤੇ ਜੇ ਅਸੀਂ ਨਹੀਂ ਕਰਾਂਗੇ ਤਾਂ ਗੁਰੂ ਕਰਤਾ ਵੀ ਨਹੀਂ ਕਰਨਗੇ। ਉਹਨਾਂ ਨੂੰ ਕੀ ਲੋੜ ਪਈ ਹੈ? ਕਿਉਂਕਿ ਜ਼ਰੂਰਤ ਤਾਂ ਸਾਨੂੰ ਹੈ ਨਾ ਆਪਣੇ ਬਾਰੇ, ਕਿ ਅਸੀਂ ਆਪਣੇ ਬਾਰੇ ਕੁਝ ਕਰਨਾ ਚਾਹੁੰਦੇ ਹਾਂ, ਕੁਝ ਸੰਵਰਨਾ ਚਾਹੁੰਦੇ ਹਾਂ, ਆਪਣਾ ਜੀਵਨ ਸੁਧਾਰਨਾ ਚਾਹੁੰਦੇ ਹਾਂ, ਅਤੇ ਫਿਰ ਆਪਣੇ ਆਪ ਨੂੰ ਬਚਾਈਏ। ਮੋਟੇ ਤੌਰ 'ਤੇ ਮਹਾਰਾਜ ਨੇ ਸਾਨੂੰ ਕਿਹਾ ਕਿ ਤੁਸੀਂ ਨਿੰਦਾ ਦੇ ਵਿੱਚ ਪੈ ਗਏ ਹੋ, ਪਰਦਾਰਾ ਨਿੰਦਿਆ ਰਸ ਰਚਿਓ। ਤੁਸੀਂ ਦੂਜਿਆਂ ਦੀ ਨਿੰਦਾ ਕਰਦੇ ਹੋ, ਔਰ ਆਪਣੇ ਆਪ ਨੂੰ ਯਤਨ ਕਰੀਏ ਕਿ ਆਪਣੇ ਆਪ ਨੂੰ ਰੋਕੀਏ ਨਿੰਦਾ ਦੇ ਰਸ ਤੋਂ, ਅਤੇ ਜੋ ਨਹੀਂ ਹੋ ਰਿਹਾ ਉਹ ਕਰੀਏ। ਉਹ ਰਾਮ ਭਗਤ ਨਹੀਂ ਕੀਨੀ, ਰਾਮ ਦੀ ਭਗਤੀ ਸਾਡੇ ਤੋਂ ਹੋਈ ਨਹੀਂ। ਕੋਸ਼ਿਸ਼ ਕਰੀਏ ਆਪਣੇ ਆਪ ਨੂੰ, ਆਪਣੇ ਸਮੇਂ ਨੂੰ, ਜਿਤਨਾ ਵੀ ਸਮਾਂ ਅਸੀਂ ਇਸ ਪਾਸੇ ਲਾਉਂਦੇ ਹਾਂ ਉਹਨੂੰ ਵਧਾਈਏ, ਜਾਂ ਉਹਨੂੰ ਇੱਕ ਵਾਰ ਰਿਫਾਈਂਡ ਕਰੀਏ। ਕਿਸੇ ਸਿਆਣੇ ਕੋਲ ਬੈਠ ਕੇ ਅਸੀਂ ਸਮਝ ਕਰੀਏ ਵੀ ਕੀ ਅਸੀਂ ਕਰਦੇ ਹਾਂ ਜਾਂ ਕਿੱਦਾਂ ਕੀਤਾ ਜਾ ਸਕਦਾ। ਭਾਈ ਇਹ ਗੱਲ ਸਾਡੀ ਅੱਜ ਹਾਲਾਂਕਿ ਥੋੜ੍ਹੀ ਜਿਹੀ ਟੁੱਟਦੀ ਹੈ ਕਿ ਅਸੀਂ ਵਿਅਕਤੀਗਤ ਇੱਕ ਦੂਜੇ ਤੋਂ ਸਾਂਝਾ ਨਹੀਂ ਪਾ ਰਹੇ। ਆਪਣੇ ਵਡੇਰਿਆਂ ਕੋਲ ਬੈਠ ਕੇ ਅਸੀਂ ਇਹ ਨਹੀਂ ਪੁੱਛਦੇ ਭਾਈ ਕੀ ਕਰੀਏ, ਕਿੱਦਾਂ ਕਰੀਏ। ਹੁਣ ਹਰ ਕੋਈ ਇੱਕ ਵਿਅਕਤੀ ਆਪਣੇ ਆਪ ਵਿੱਚ ਹੀ ਗਿਆਨੀ ਹੈ, ਹਰ ਕੋਈ ਵਿਅਕਤੀ ਆਪਣੇ ਆਪ ਵਿੱਚ ਹੀ ਮਹਾਰਥੀ ਹੈ, ਔਰ ਸ਼ਾਇਦ ਇਹੀ ਕਿਸੇ ਕੌਮੀ ਪੱਧਰ 'ਤੇ, ਵਿਅਕਤੀਗਤ ਪੱਧਰ 'ਤੇ ਨਿਗਾਰ ਵੱਲ ਤੁਰੇ ਜਾ ਰਹੇ ਹਾਂ। ਜਿਨ੍ਹਾਂ ਦੇ ਅੰਦਰ ਥੋੜ੍ਹਾ ਬਹੁਤਾ ਕੌਮੀ ਪੱਧਰ ਦਾ ਦਰਦ ਹੈ, ਨਿੱਜੀ ਜੀਵਨਾਂ ਨੂੰ ਸਮਝ ਹੈ, ਉਹ ਮਹਿਸੂਸ ਕਰ ਰਹੇ ਨੇ ਕਿ ਅਸੀਂ ਬਹੁਤ ਵੱਡੀਆਂ ਤਰੱਕੀਆਂ ਨਹੀਂ ਕਰ ਰਹੇ ਹਾਂ, ਬਸ ਕਿ ਹੌਲੀ ਹੌਲੀ ਅਸੀਂ ਬਿਖਰਾਅ ਵੱਲ ਜਾ ਰਹੇ ਹਾਂ। ਜਿੰਨਾ ਅਸਾਂ ਦੇ ਆਲੇ ਦੁਆਲੇ ਸਮਾਜ ਵਿੱਚ ਬਾਣੀ ਦਾ ਪਠਨ ਪਾਠਨ ਵੱਧ ਗਿਆ ਹੈ ਅਤੇ ਵੱਧਦਾ ਦਿਨ ਬਦਨ ਜਾ ਰਿਹਾ ਹੈ, ਨਿੱਜੀ ਤੌਰ 'ਤੇ ਵੀ ਅਤੇ ਸਮੂਹਿਕ ਤੌਰ 'ਤੇ ਵੀ ਅਸੀਂ ਓਨੇ ਕਮਜ਼ੋਰ ਅਤੇ ਬਿਖਰਾਵ ਚਲੇ ਜਾ ਰਹੇ ਹਾਂ। ਓਨਾ ਹੀ ਸਾਡਾ ਕਈ ਵਾਰ ਸਗੋਂ ਵਿਚਾਰਾਂ ਦਾ ਮਤਭੇਦ ਉੱਭਰਦਾ ਜਾ ਰਿਹਾ। ਜੋ ਚਾਹੀਦਾ ਸੀ ਅਜੇ ਅਸੀਂ ਉਸ ਰਾਹ 'ਤੇ ਨਹੀਂ ਤੁਰੇ। ਗੁਰਦੇਵ ਕਿਰਪਾ ਕਰਨ ਅਸੀਂ ਆਪਣੇ ਆਪ ਨੂੰ ਸੁਧਾਰ ਸਕੀਏ, ਕਿਉਂਕਿ ਇੱਥੇ ਬੈਠਣ ਦਾ ਮਤਲਬ ਹੀ ਇਹ ਹੈ ਕੁਝ ਵਿਸ਼ਵਾਸ ਸਾਡੇ ਅੰਦਰ ਟਿਕ ਜਾਣ। ਅਤੇ ਉਹ ਕਦੋਂ ਹੋਏਗਾ? ਜਦੋਂ ਅਸੀਂ ਆਪਣੇ ਆਪ ਨੂੰ ਸਵਾਰਾਂਗੇ। ਅਤੇ ਆਪਣੇ ਆਪ ਨੂੰ ਸਵਾਰਨ ਦੀ ਇੱਕੋ ਇੱਕ ਜੁਗਤ ਹੈ, ਆਪਣੇ ਗੁਰੂ ਤੋਂ ਬਲਿਹਾਰ ਜਾਓ। ਜੋ ਗੁਰੂ ਕਹਿੰਦੇ ਇਹਨੂੰ ਸੱਤ ਕਰਕੇ ਮੰਨੋ। ਜੋ ਗੁਰੂ ਦਾ ਜੀਵਨ ਉਪਦੇਸ਼ ਹੈ ਉਸ ਨੂੰ ਹਿਰਦੇ ਵਿੱਚ ਆ ਕੇ ਟਿਕਾ ਸਕੀਏ, ਟਿਕ ਸਕੀਏ। ਅਤੇ ਅੱਜ ਦਾ ਉਪਦੇਸ਼ ਮਿਲਦਾ ਨਾ ਤਿਸ ਗੁਰ ਕਾ ਹੋਂ ਵਾਰਿਆ, ਜਿਨ ਹਰ ਕੀ ਹਰ ਕਥਾ ਸੁਣਾਈ। ਮੈਂ ਆਪਣੇ ਉਸ ਗੁਰੂ ਤੋਂ ਬਲਿਹਾਰ ਜਾਵਾਂ ਜਿਹੜਾ ਮੈਨੂੰ ਹਰੀ ਦੀ ਕਥਾ ਸੁਣਾਉਂਦਾ ਹੈ। ਅਸੀਂ ਕਹਾਂਗੇ ਲੈ ਗੁਰੂ ਕਿੱਥੇ ਕਥਾ ਸੁਣਾਉਂਦੇ, ਗੁਰੂ ਤੇ ਸ਼ਬਦ ਲਿਖ ਕੇ ਦੇ ਤੇ ਅਸੀਂ ਆਪ ਪੜ੍ਹਦੇ ਹਾਂ, ਅਸੀਂ ਆਪ ਕਥਾ ਕਰਦੇ ਹਾਂ। ਅਸੀਂ ਤਾਂ ਇੱਥੇ ਖੜ੍ਹੇ ਹਾਂ ਨਾ ਕਿ ਅਸੀਂ ਕੀਰਤਨ ਵੀ ਅਸੀਂ ਕਰਦੇ ਹਾਂ, ਕਥਾ ਵੀ ਅਸੀਂ ਕਰਦੇ ਹਾਂ, ਪਰ ਸੱਚ ਸੁਣਨਾ ਅਸੀਂ ਨਾ ਕਥਾ ਕਰ ਪਾ ਰਹੇ ਹਾਂ ਅਤੇ ਨਾ ਕੀਰਤਨ ਕਰ ਪਾ ਰਹੇ ਹਾਂ। ਅਸਾਂ ਨੇ ਇੱਥੇ ਪਹੁੰਚਣਾ ਹੈ, ਇਹ ਸਾਡਾ ਡੈਸਟੀਨੇਸ਼ਨ ਹੈ ਕਿ ਜਿੱਥੇ ਜਾ ਕੇ ਇਹ ਸਾਡੇ ਦਿਲੋਂ ਦਿਮਾਗ 'ਚ ਗੱਲ ਟਿਕ ਜਾਏ। ਸੰਪੂਰਨ ਗੁਰਬਾਣੀ ਹਰੀ ਕਥਾ ਹੈ,
एक बचन है ना अपने ते नित्यनेम च पढ़ना, अकथ की कथा करे आवो संत प्यारो, अकथ की करह कहानी अकथ केरी, कित द्वारे पाइयै तन मन धन सब सौंप गुर का हुक्म मन्निए पाइयै। ये अकथ कथा जिहड़ी है ना, ये सानूं प्राप्त करनी है। ਅਸੀਂ तो सिर्फ जिन्ना कोई एक दूजे ਦੇ ਨਾਲ ਜਿਹਨੂੰ ਅਸੀਂ ਇਹ कथा कहानी अपनी कहने ये तो सिर्फ है कि शब्द पढ़ के सुनाने एक दूजे ਨੂੰ, तो शब्द ਨੂੰ पढ़ के सुनाने ਦੇ ਵਿੱਚ थोड़ा ਬਹੁਤਾ ਅਸੀਂ विस्तार ਇਹਦੇ ਵਿੱਚ ਕਰ ਲਈਨੇ। बाकी कथा तो गुरु की है, कथा तो हरि की है। गुरु सुनाते ने हरि की कथा, तो असां सुननी है, असीं श्रोता बन सकीए। बस असीं बहुत चंगे श्रोता अजे नहीं बन पाए। इस करके बलिहारने जाइए अपने गुरु तो, क्योंकि गुरु मैनू हरि की कथा सुणाते ने। अज तक जदों असीं इस पासे अध्ययन करते हाँ, जगत गुरु गुरु नानक साहिब जी तो असीं गल चलते हाँ, असीं पिछलियां व्याख्यावां नहीं करते। पर इतना तो सच है ना कि गुरु नानक साहिब जी की आमद तो पहला भी लोग रब की गल करते सन। गुरु नानक साहिब जी तो पहला भी गुरु सीगे, सिख सीगे, अलग अलग गुरु होणगे। बहुत गुरुआं दे जिक्र आउंदे ने। गोरखनाथ अपने आप च गुरु गोरखनाथ है। गोरखनाथ दे भी गुरु होर हैगे ने, वो अपने आप च गुरु ने। वो गुरु मिशंद्रनाथ है, कोई कुछ होर गुरु है। इस तरह होर भी कई गुरु होणगे। पर उन्हां सारियां दे कोल जो है, ये नहीं कि भजन नहीं गाउंदे, भजन भी गाउंदे ने, शब्द भी उन्हां दे कोल है। पर वो शब्द नूं अते अपनी गुरु कला नूं एक सुमेलित नहीं कर पाए, साझा नहीं कर पाए। और उहदे विच जिहड़े उन्हां दे गां संगी साथी रहे ने, और अपने शब्दां दे विच वो अपने आप नूं गुरु कह के अपनी सेवा प्रतिष्ठा विच रुझे रह गए ने। गुरु तो बहुत होए ने, लेकिन गुरु अपनी ही सेवा करवाते रहे, प्रतिष्ठा करवाते रहे। उन्हां दे निकटवर्ती अपने गुरु वाली हथ कर करके कहते हैं यही तारणहार है, यही पार उतारा करेगा, यही पार उतारा करेगा। पर यह सतगुरु नानक साहिब जी ने ही जगत विच पहली बार प्रचलित कथा की कि आप गुरु ने फिर भी कहते हैं मैं कुछ नहीं करता भाई, परमात्मा वाहिगुरु करते हैं। जो कुछ करनहार गुर करता है। तो अपने आप को गुरु नानक साहिब जी ने गुरु होंदियां होया भी कदे ये नहीं किया भी मैं गुरु हाँ। जद कि जन्म साखियां दे विच जिक्र स्पष्ट मिलता है, जो असीं समझण वास्ते, साडे समझाण वास्ते वडेरियां ने गाथा के रूप च लिखिया है कि वेई नदी की जो साखी है, वो जिक्र मिलता कि जदों नानक पातशाह सतगुरु जी का करता पुरख वाहिगुरू जी दे नाल दोबारा इन्हां मंडलां साक्षात्कार हुंदा है, तो उदों उत्थों बचन मिलता है तुहाडा नाम गुरु परमेश्वर है। पर महाराज जी ने उस गुरु परमेश्वर नूं करता पुरख जी नूं समर्पित करता है। नहीं, तू ही गुरु परमेश्वर है, तू ही गुरु है, आद जुगादी सदा तो तू ही गुरु है। और यही सब तो वड्डी रहस्य कला है कि गुरु नानक पातशाह साहब जी ने गुरु होंदियां होइयां भी, और गां 10 पातशाहियां ने खुद गुरु होंदियां होइयां भी वाहिगुरू जी नूं ही गुरु किया, और सानू हुक्म किया गुरु परमेश्वर एको जान। तू जिन्हों गुरु मनदा है, पर साचण ही उही परमेश्वर है, तो परमेश्वर ही गुरु है। सानू दसिया गया शब्द ही गुरु है, और उही सानू परमात्मा की कथा है। जिंज कह लीए मनुख की कथा तो होंदी जन्म तो लैके जीवन दीयां साखियां, ये तो मनुख की कथा होंदी ने। जिवें असीं अपने इतिहास पढ़ते हैं, असीं पातशाहियां दे जीवन साखी पढ़ते हैं, तो समझ आई ना गुरु नानक साहिब की साखी असीं ननकाणा साहिब तो आरंभ करते हैं, तो पातशाहियां दी 10 दी साखी पढ़ते 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 हजूर साहब तक चले जाने आ। इनू कहने असीं गुरु की साखियां। चलो साडी भाषा च गुरु कथा है, पर सच चरणा गुरु नानक साहिब जी श्री गुरु ग्रंथ साहिब जी एक ओंकार तो शुरू करते हैं हरि की कथा है।
ਸਾਡੇ ਕੋਲ ਗ੍ਰੰਥ ਨੇ ਬਹੁਤ ਸਾਰੇ, ਜਿਨ੍ਹਾਂ ਤੋਂ ਅਸੀਂ ਸਾਖੀਆਂ ਪੜ੍ਹਦੇ ਹਾਂ, ਸੰਧਿਆ ਦੇ ਵੇਲੇ ਬੈਠ ਕੇ ਪੜ੍ਹੀਆਂ ਜਾਂਦੀਆਂ ਨੇ। ਉਹਨਾਂ ਦੇ ਵਿੱਚ ਗੁਰੂ ਦੀ ਕਥਾ ਹੈ, ਗੁਰੂ ਕੇ ਜੀਵਨ ਦੀਆਂ ਕਥਾਵਾਂ, ਉਹ 'ਚ ਤਾਰੀਖਾਂ ਬੰਨ੍ਹੀਆਂ ਹੁੰਦੀਆਂ ਨੇ। ਇੰਨੇ ਤਾਰੀਖ ਨੂੰ ਕਥਾ ਆਰੰਭ ਹੋਈ, ਪਰ ਹਰੀ ਕੀ ਕਥਾ ਦੀ ਕੋਈ ਤਾਰੀਖ ਨਹੀਂ ਹੈ। ਸਾਨੂੰ ਲੱਖ ਨਾ ਕਰਦਿਆਂ ਵੀ ਕਹਿਣਾ ਪੈਂਦਾ ਹੈ, ਦੇਖੋ ਜੀ ਇੰਨੀ ਤਾਰੀਖ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ, ਅਤੇ ਇਸ ਤਾਰੀਖ ਤੋਂ ਗੁਰੂ ਨਾਨਕ ਸਾਹਿਬ ਜੀ ਦੇ ਬਾਲ ਚੋਜ ਆਰੰਭ ਹੋਏ। ਅਤੇ ਫਿਰ ਸਾਨੂੰ ਦੱਸਣਾ ਪੈਂਦਾ ਹੈ, ਪੜ੍ਹਨਾ ਪੈਂਦਾ ਹੈ ਕਿ ਫਲਾਂ ਤਾਰੀਖ ਨੂੰ ਪਾਤਸ਼ਾਹ ਦਸ਼ਮੇਸ਼ ਜੀ ਨੇ ਆਪਣੇ 5 ਤੱਤਾਂ ਦੇ ਵਿੱਚ ਆਪਣੇ ਸਰੀਰ ਨੂੰ ਸਦਾ ਵਾਸਤੇ ਲੀਨ ਕਰ ਲਿਆ, ਆਪਣੇ ਜੋਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਸਾਡੇ ਵਾਸਤੇ ਸਦਾ ਵਾਸਤੇ ਸਥਾਪਿਤ ਕਰ ਦਿੱਤਾ। ਇਸ ਤੋਂ ਬਾਅਦ ਵਿੱਚ, ਇਸ ਤਾਰੀਖ ਤੋਂ ਬਾਅਦ ਵਿੱਚ ਹੁਣ ਗੁਰੂ ਕੀ ਸਾਖੀ ਨਹੀਂ ਹੈ, ਸਾਨੂੰ ਕਹਿਣਾ ਪੈਂਦਾ। ਇਸ ਤਾਰੀਖ ਤੋਂ ਪਹਿਲਾਂ ਗੁਰੂ ਕੀ ਕੋਈ ਸਾਖੀ ਨਹੀਂ ਹੈ, ਅਤੇ ਇਸ ਤਾਰੀਖ ਤੋਂ ਬਾਅਦ ਵਿੱਚ ਗੁਰੂ ਕੀ ਕੋਈ ਸਾਖੀ ਨਹੀਂ ਹੈ, ਪਰ ਹਰੀ ਕੀ ਸਾਖੀ ਸਦਾ ਹੀ ਹੈ। ਹਰੀ ਕੀ ਸਾਖੀ, ਹਰੀ ਕੀ ਕਥਾ ਦੀ ਕੋਈ ਤਾਰੀਖ ਨਹੀਂ ਹੈ, ਉਹ ਆਦਿ ਜੁਗਾਦੀ ਹੈ, ਆਦਿ ਸੱਚ ਹੈ। ਔਰ ਇਹੀ ਹਰੀ ਕਥਾ ਹੈ ਜੋ ਇੱਕ ਓਅੰਕਾਰ ਤੋਂ ਅਸੀਂ ਆਰੰਭ ਕਰਦੇ ਹਾਂ, ਔਰ ਸਦੀਆਂ ਤੋਂ ਹੋ ਰਹੀ ਹੈ। ਔਰ ਇਹ ਕਥਾ ਇੱਕ ਓਅੰਕਾਰ ਦੀ ਕਥਾ ਸਦੀਆਂ ਤੋਂ ਹੋ ਰਹੀ ਹੈ। ਜਿੱਥੇ ਵੀ ਕੋਈ ਸੰਤ ਭਗਤ ਬੈਠਾ ਆਪਣੇ ਢੰਗ ਦੇ ਨਾਲ ਰਾਮ ਨਾਮ ਜਪਦਾ ਹੈ, ਕੋਈ ਗੋਪਾਲ ਗੋਬਿੰਦੇ ਜਪਦਾ ਹੈ, ਕੋਈ ਹੋਰ ਜਪਦਾ ਹੋਵੇਗਾ। ਹੋ ਸਕਦਾ ਦੁਨੀਆ ਦੇ ਸ਼ਬਦ ਅਲੱਗ-ਅਲੱਗ ਹੋਵਣ, ਭਾਸ਼ਾਵਾਂ ਵੀ ਦਾ ਭੇਤ ਅਲੱਗ-ਅਲੱਗ ਹੋਵੇ, ਸਾਨੂੰ ਸਮਝ ਗੋਚਰੇ ਆਉਂਦੀਆਂ ਕਿ ਨਹੀਂ ਆਉਂਦੀਆਂ, ਪਰ ਉਹ ਕਿਤੇ ਵੀ ਕੋਈ ਬੈਠ ਕੇ ਪ੍ਰਮਾਤਮਾ ਦੀ ਬੰਦਗੀ ਕਰਦਾ ਹੈ, ਉਹ ਹਰੀ ਕਥਾ ਹੀ ਕਰ ਰਿਹਾ ਹੈ। ਔਰ ਇਹ ਸਾਨੂੰ ਦੱਸਿਆ ਗੁਰੂ ਨੇ ਵੀ ਆ ਦੇਖ, ਅੱਜ ਭਗਤ ਬੈਠਾ ਹੈ ਨਾ, ਇਹ ਆਪਣੇ ਹੀ ਧੁਨ ਵਿੱਚ ਬੈਠਾ ਰਾਮ ਰਾਮ ਜਪਦਾ ਹੈ, ਕੋਈ ਗੋਬਿੰਦ ਗੋਬਿੰਦ ਜਪਦਾ ਹੈ, ਕੋਈ ਮਾਧੋ ਮਾਧੋ ਜਪਦਾ ਹੈ, ਕੋਈ ਹੋਰ ਕਿਸੇ ਰੰਗ ਢੰਗ 'ਚ ਕਰਦਾ ਹੈ, ਇਹ ਰੱਬ ਦੀ ਕਥਾ ਹੀ ਕਰਦਾ ਹੈ। ਇਹ ਸਾਰੀ ਕਹਾਣੀ ਰੱਬ ਦੀ ਹੈ। ਸਾਨੂੰ ਗੁਰੂ ਨੇ ਦੱਸਿਆ ਹੈ ਕਿ ਆ ਜਿਤਨੇ ਜੀਵ ਜੰਤੂ ਨੇ ਨਾ, ਜਿਨ੍ਹਾਂ ਦੇ ਵਿੱਚ ਜੀਵਨ ਕਲਾ ਰੁਮਕਦੀ ਪਈ ਹੈ, ਉਹ ਭਾਵੇਂ ਨਿੱਕੀ ਜਿਹੀ ਕੀੜੀ ਹੈ ਅਤੇ ਭਾਵੇਂ ਬਹੁਤ ਵੱਡਾ ਹਾਥੀ ਹੈ, ਉਹ ਵੀ ਆਪਣੇ ਆਪਣੇ ਢੰਗ ਨਾਲ ਹਰੀ ਕਥਾ ਹੀ ਕਰਦਾ ਹੈ। ਅਸੀਂ ਅਜੇ ਸਮਝ ਨਹੀਂ ਪਾਏ। ਸਿਮਰਹਿ ਧਰਤੀ ਉਰੇ ਆਕਾਸ਼ਾ, ਸਿਮਰਹਿ ਚੰਦ ਸੂਰ ਗੁਣਤਾਸਾ, ਅਸੀਂ ਸਮਝ ਨਹੀਂ ਪਾਏ ਜੇ। ਬੜਾ ਪਿਆਰਾ ਜ਼ਿਕਰ ਹਰੀ ਕਥਾ ਦਾ ਕਰਦੇ ਕਰਦੇ ਮਹਾਰਾਜ ਨੇ ਦੱਸਿਆ ਨਾ, ਇੱਕ ਅੱਕ ਟੇਢਾ, ਅੱਕ ਦੇ ਬੂਟੇ 'ਤੇ ਬੈਠਾ ਹੋਇਆ ਟੇਢਾ ਵੇਖਣ ਨੂੰ ਘ੍ਰਿਣਾਤਮਕ ਹੈ। ਸ਼ਾਇਦ ਅੱਜ ਤੱਕ ਕਿਸੇ ਕਵੀ ਨੇ ਅੱਕ ਟੇਢੇ 'ਤੇ ਕਵਿਤਾ ਨਹੀਂ ਲਿਖੀ ਹੋਣੀ। ਲੋਕਾਂ ਉਹਦੇ ਨਾਲ ਨਫ਼ਰਤ ਕੀਤੀ ਹੈ ਕਿ ਅੱਕ ਦਾ ਟੇਢਾ ਲੈ ਅਤੇ ਘ੍ਰਿਣਾਤਮਕ ਹੈ, ਕੌੜਾ ਜੀ ਹੈ, ਕੌੜੇ ਪੱਤੇ 'ਤੇ ਬੈਠਾ ਹੋਇਆ, ਜ਼ਹਿਰੀਲਾ ਪੱਖ ਹੋਏਗਾ, ਨਾ ਛੂਣਾ ਨਹੀਂ। ਅਸੀਂ ਨਿਆਣਿਆਂ ਨੂੰ ਕੀ ਆਪ ਉਹਦੇ ਨੇੜੇ ਨਹੀਂ ਜਾਂਦੇ, ਪਰ ਗੁਰੂ ਨਾਨਕ ਸਾਹਿਬ ਦੀ ਬਾਣੀ 'ਚ ਕਹਿੰਦੇ ਭਾਈ ਉਹ ਵੀ ਕਥਾ ਕਰਦਾ ਹੈ, ਚੰਗਾ ਏ। ਅੱਖ ਸਿਉ ਪ੍ਰੀਤ ਕਰੇ ਅੱਖ ਟੇਢਾ, ਅੱਖ ਡਾਲੀ ਬੈ ਖਾਏ, ਖਸਮੇ ਭਾਵੈ ਉਹ ਚੰਗਾ, ਜੇ ਕਰੈ ਖੁਦਾਏ ਖੁਦਾਏ। ਦੁਨੀਆ ਜਿਹਨੂੰ ਘਿਰਣਾਤਮਕ ਕਹਿੰਦੀ ਹੈ, ਅਗਰ ਉਹ ਵੀ ਕਰਦਾ ਹੈ ਤੇ ਖੁਦਾ ਖੁਦਾ ਹੈ। ਫਿਰ ਇੱਕ ਨਿੱਕੀ ਜਿਹੀ ਚਿੜੀ ਦਾ ਜ਼ਿਕਰ ਕੀਤਾ ਹੈ, ਅੱਧ ਗੋਲਾ ਚਿੜੀ ਕੱਚ ਗੁਣ, ਗਹਿਣ ਚੜੀ ਵਿਲੜਾਏ। ਅਸੀਂ ਨਿੱਕੀ ਚਿੜੀ ਦੀ ਕੀਮਤ ਹੀ ਨਹੀਂ ਪਾਈ ਕਦੇ, ਪਰ ਮਹਾਰਾਜ ਕਹਿੰਦੇ ਕਿ ਜੇ ਅੱਧਾ ਦਾਣਾ ਜਿਹਦਾ ਅੱਧ ਗੁਲਾ, ਗੁਲਾ ਤੋਂ ਹੀ ਸ਼ਬਦ ਬਣਿਆ ਗੱਲਾ, ਆ ਗੱਲਾ ਮੰਡੀ ਕਹਿੰਦੇ ਆ, ਅੱਧਾ ਦਾਣਾ ਹੀ ਜਿਹਦੀ ਖੁਰਾਕ ਹੈ, ਉਹਨਾਂ ਕੁ ਦਾਣਾ ਖਾ ਕੇ ਉਹ ਵਿਚਾਰੀ ਆਨੰਦ ਵਿੱਚ ਆ ਕੇ ਜਿੰਨਾ ਕੁ ਉੱਚਾ ਉੱਡ ਸਕੀ ਉੱਡ ਗਈ ਹੈ, ਉੱਤੇ ਜਾ ਕੇ ਚੂਕਦੀ ਹੈ, ਉਹ ਵੀ ਰੱਬ ਦੀ ਕਥਾ ਹੀ ਕਰਦੀ ਹੈ। ਉਹ ਵੀ ਆਪਣੇ ਭਾਵਾਂ ਦੇ ਵਿੱਚ ਹੀ ਕਰੇ ਖੁਦਾਏ ਖੁਦਾਏ, ਉਹ ਵੀ ਰੱਬ ਦਾ ਨਾਂ ਹੀ ਲੈਂਦੀ ਹੈ। ਠੀਕ ਹੈ, ਸਾਨੂੰ ਨਹੀਂ ਪਤਾ ਲੱਗਦਾ ਵੀ ਕਿਹੜੀ ਚੁੱਕੀ ਪਾਉ ਫੁੱਟੀ 'ਚ ਕੀ ਚੂਕਦੀ, ਕਿਹੜੀ ਕੀ ਕਹਿੰਦੀ ਹੈ। ਇਸੇ ਕਰਕੇ ਅੱਗੇ ਜਾ ਕੇ ਇੱਕ ਬਚਨ ਮਿਲੇਗਾ, ਜਦੋਂ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਪਹਿਲਾਂ ਜੋ ਸਰੋਵਰ ਬਣਿਆ ਹੈ, ਇਹਦੇ ਮੁਕਾਮ ਸਥਾਪਿਤ ਹੋ ਰਹੇ ਨੇ, ਜਿੱਥੇ ਰਾਮਦਾਸ ਸਤਿਗੁਰੂ ਪਾਤਸ਼ਾਹ ਜੀ, ਜਿੱਥੇ ਹੁਣ ਸ਼੍ਰੀ ਹਰਿਮੰਦਰ ਸਾਹਿਬ ਜੀ ਸਥਾਪਿਤ ਹੈ। ਜਦੋਂ ਸੰਧਿਆ ਦੇ ਦੀਵਾਨ ਇੱਥੇ ਸੱਜਦੇ ਨੇ ਅਤੇ ਸਾਡੇ ਵਰਗੇ ਨੇ ਆ ਕੇ ਕਿਹਾ, ਮਹਾਰਾਜ ਆ ਦੇਖੋ ਨਾ, ਆਲੇ ਦੁਆਲੇ ਖੁਦਾਈ ਹੋ ਗਈ, ਇਸ ਕਰਕੇ ਬੈਠਾ ਨਹੀਂ ਜਾਂਦਾ ਅਤੇ ਥੋੜ੍ਹਾ ਜਿਹਾ ਦੂਰ ਬਹਿਣਾ ਪੈਂਦਾ। ਇੱਥੇ ਪਰਿਕਰਮਾ 'ਚ ਬਣੀਆਂ ਨੇ, ਇਹਨਾਂ ਥਾਵਾਂ 'ਤੇ ਬੈਠੀ ਜਾਏ। ਅਤੇ ਆ ਕੁਝ ਬੇਰੀਆਂ ਨੇ, ਇਹਨਾਂ 'ਤੇ ਨਿੱਕੀਆਂ ਨਿੱਕੀਆਂ ਚਿੜੀਆਂ ਆ ਕੇ ਸ਼ਾਮ ਨੂੰ ਨਾ ਬੜਾ ਸ਼ੋਰ ਮਚਾਉਂਦੀਆਂ ਨੇ।
ਅੱਜ ਵੀ ਕਿਤੇ ਹੁਣ ਤੇ ਸਾਡਾ ਸੰਸਾਰਕ ਸ਼ੋਰ ਸ਼ਰਾਬਾ ਹੀ ਇੰਨਾ ਜ਼ਿਆਦਾ ਹੋ ਗਿਆ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਚਿੜੀਆਂ ਵਿਚਾਰੀਆਂ ਕਦੋਂ ਆਉਂਦੀਆਂ ਅਤੇ ਕਦੋਂ ਉੱਡ ਜਾਂਦੀਆਂ ਨੇ। ਨਹੀਂ ਤੇ ਜਿਹਨਾਂ ਨੂੰ ਅੱਜ ਤੋਂ 30-40 ਸਾਲ ਪੁਰਾਣਾ ਭੇਤ ਤੇ ਥੋੜ੍ਹਾ ਜਿਹਾ ਪਤਾ ਹੈ, ਉੱਥੇ ਚਿੜੀਆਂ ਗੂੰਜਦੀਆਂ ਸਨ। ਹੋਰ ਪਿੱਛੇ ਕਰ ਕਿਸੇ ਨੇ ਦਰਬਾਰ ਸਾਹਿਬ ਦੇ ਦਰਸ਼ਨ ਜੇ 100 ਸਾਲ ਦੇ ਨੇੜੇ 80-90 ਸਾਲ ਦੇ ਕਿਸੇ ਵਡੇਰੇ ਬਜ਼ੁਰਗ ਤੋਂ ਪੁੱਛੀਏ ਜਿਨ੍ਹਾਂ ਉਸ ਵਕਤ ਦਰਸ਼ਨ ਕੀਤੇ ਨੇ, ਤਾਂ ਦੱਸਣ ਕਿ ਹਾਂ ਭਾਈ ਇਹਨਾਂ ਬੇਰੀਆਂ 'ਤੇ ਚਿੜੀਆਂ ਆ ਕੇ ਬੋਲਦੀਆਂ ਸਨ। ਸੰਧਿਆ ਦਾ ਵੇਲਾ ਹੋਣਾ, ਚਿੜੀ ਨੇ ਆਪਣੇ ਆਪਣੇ ਆਲਣਿਆਂ 'ਤੇ ਆਪਣੇ ਘਰ 'ਤੇ ਆਉਣਾ, ਉਹਨਾਂ ਵੀ ਕੁਝ ਆਪਣੇ ਆਪਣੇ ਢੰਗ ਨਾਲ ਕਹਿਣਾ, ਅਤੇ ਸਾਡੇ ਵਰਗੇ ਕਹਿਣ ਲੱਗੇ ਮਹਾਰਾਜ ਇਹਨੂੰ ਉਡਾ ਦਿਆ ਕਰੀਏ। ਜਦੋਂ ਸੰਧਿਆ ਨੂੰ ਸੋਦਰ ਦਾ ਪਾਠੀ ਕਰਦਾ ਹੈ ਨਾ, ਅਤੇ ਸਾਨੂੰ ਸੁਣਾਈ ਨਹੀਂ ਦਿੰਦਾ, ਇਹਨਾਂ ਦਾ ਰੌਲਾ ਬੜਾ ਹੁੰਦਾ ਹੈ। ਮਹਾਰਾਜ ਕਹਿਣ ਲੱਗੇ ਤੁਸੀਂ ਆਪ ਚੁੱਪ ਕਰਕੇ ਸੁਣਿਆ ਕਰੋ, ਉਹ ਤੇ ਰੌਲਾ ਨਹੀਂ ਪਾਉਂਦੀਆਂ, ਤੁਸੀਂ ਰੌਲਾ ਪਾਉਂਦੇ ਹੋ। ਮਹਾਰਾਜ ਸ਼ੋਰ ਬੜਾ ਮੱਚਦਾ ਹੈ। ਕਹਿਣ ਲੱਗੇ ਨਾ ਭਾਈ, ਜੋ ਬੋਲਤ ਹੈ ਮ੍ਰਿਗਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਕਿਤੇ ਗੌਰ ਦੇ ਨਾਲ ਅਭਿਆਸੀ ਜੋ ਪ੍ਰੇਮੀ ਜਨ ਹੁੰਦੇ ਨੇ, ਉਹਨਾਂ ਦੇ ਕਿਤੇ ਅਨੁਭਵ ਨੂੰ ਦੇਖੀਏ, ਉਹ ਇੱਥੇ ਬੈਠ ਕੇ ਜਪ ਕਰ ਸਕਦੇ ਨੇ। ਸਾਡੇ ਤੋਂ ਬੇਸ਼ੱਕ ਨਹੀਂ ਹੋਏਗਾ, ਕਿਉਂਕਿ ਸਾਡੀ ਸੁਰਤ ਹੀ ਸੰਸਾਰ ਦੇ ਮਿੱਟੀ ਘੱਟੇ 'ਚ ਰਲੀ ਮਿਲੀ ਹੈ। ਅਸਾਂ ਦਾ ਧਿਆਨ ਤੇ ਸੰਸਾਰ ਦੇ ਨਿੰਦਾ ਚੁਗਲਤ ਉੱਪਰ ਗਿਆ ਹੀ ਨਹੀਂ। ਸ਼ਾਇਦ ਇਸੇ ਕਰਕੇ ਅੰਮ੍ਰਿਤ ਵੇਲੇ ਸਰਕਾਰ ਨੂੰ ਕਿਹਾ ਵੀ ਤੁਸੀਂ ਨਿੰਦਾ ਰਸ ਦੇ ਵਿੱਚ ਇਤਨੇ ਖਚਤ ਹੋ ਗਏ ਹੋ, ਰਾਮ ਭਗਤੀ ਤੁਹਾਥੋਂ ਹੋ ਹੀ ਨਹੀਂ ਪਾ ਰਹੀ। ਕਹਿਣ ਨੂੰ ਤੁਸੀਂ ਬਹੁਤ ਵੱਡੇ ਆਪਣੇ ਆਪ ਨੂੰ ਕਹਿੰਦੇ ਹੋ, ਅਸੀਂ ਆ ਵੀ ਧਰਮ ਕਰਮ ਕਰਦੇ ਹਾਂ, ਅਸੀਂ ਆ ਵੀ ਧਰਮ ਕਰਮ ਕਰਦੇ ਹਾਂ, ਪਰ ਭਾਈ ਤੁਹਾਥੋਂ ਰੱਬ ਦੀ ਭਗਤੀ ਨਹੀਂ ਹੋ ਰਹੀ। ਤੁਸੀਂ ਦੁਨੀਆ ਦੇ ਰਾਮ ਰੌਲੇ 'ਚ ਖਚਤ ਹੋ ਗਏ ਹੋ। ਇੱਥੋਂ ਅਸੀਂ ਆਪਣੇ ਆਪ ਨੂੰ ਵਾਪਸ ਮੋੜਨਾ। ਬਾਬਾ ਸਾਥੋਂ ਭੁੱਲ ਹੋ ਗਈ, ਕਿਰਪਾ ਕਰਨਾ ਸਾਨੂੰ ਬੰਦਗੀ ਵਿੱਚ ਲਗਾ ਲਓ, ਸਾਨੂੰ ਆਪਣੇ ਪਿਆਰ ਵਿੱਚ ਆਪਣੇ ਚਰਨਾਂ 'ਚ ਥਾਂ ਦੇ ਦਿਓ, ਟਿਕਾ ਦਿਓ। ਜੋ ਕਹਿੰਦਾ ਨਾਨਕ ਬਾਤ ਬਤਾਈ, ਤਾਂ ਦੱਸਦੇ ਨੇ ਗੱਲਾਂ ਕਿ ਕਰ ਕੀ ਕਰਾਂ। ਕਹਿਣ ਲੱਗੇ ਆਪਣੇ ਗੁਰੂ ਤੋਂ ਬਲਿਹਾਰ ਜਾ। ਔਰ ਗੁਰੂ ਤੋਂ ਬਲਿਹਾਰ ਜਾਣ ਵਾਸਤੇ ਕੋਈ ਫਿਲਾਸਫੀ ਨਹੀਂ ਹੈ, ਕੋਈ ਦਰਸ਼ਨ ਦੀ ਕਥਾ ਨਹੀਂ ਹੈ, ਕੋਈ ਦਰਸ਼ਨ ਦਾ ਨਿਯਮ ਨਹੀਂ ਹੈ। ਬਲਿਹਾਰ ਤੇ ਹਿਰਦੇ ਕਰਕੇ ਜਾਣਾ ਨਾ, ਔਰ ਇਹੀ ਸਾਡੇ ਤੋਂ ਅੱਜ ਨਹੀਂ ਹੋ ਪਾ ਰਿਹਾ। ਅਸੀਂ ਦਾਰਸ਼ਨਿਕ ਗਾਥਾਵਾਂ ਕਥਾਵਾਂ ਇਤਿਹਾਸ ਤੱਕ ਸੁਣਦੇ ਤੇ ਸੁਣਾਉਂਦੇ ਹਾਂ, ਪਰ ਹਿਰਦੇ ਕਰਕੇ ਆਪਣੇ ਗੁਰੂ ਤੋਂ ਬਾਹਰ ਨੇ ਬਲਿਹਾਰ ਨੇ ਨਹੀਂ ਜਾਂਦੇ। ਕਿਤਨੇ ਕੁ ਜੀ ਹਾਂ, ਕਿਸੇ ਵੱਲ ਕੀ ਕਹਿਣਾ, ਕਦੇ ਆਪਣੇ ਵੱਲ ਦੇਖੀਏ ਵੀ ਕਦੇ ਗੁਰੂ ਕੇ ਪਿਆਰ 'ਚ ਬੈਠੇ ਹਾਂ, ਸਾਡਾ ਗੱਚ ਭਰਿਆ ਹੈ। ਗੱਚ ਭਰਨਾ ਹੁੰਦਾ ਮਤਲਬ ਕੀ, ਸਾਡਾ ਗਲਾ ਭਰ ਗਿਆ। ਕਦੇ ਆਪਣੇ ਗੁਰੂ ਕੇ ਪਿਆਰ 'ਚ ਬੈਠੇ ਹੀ ਸੱਚੇ ਪਾਤਸ਼ਾਹ ਕਿਰਪਾ ਕਰਨ, ਕਬ ਮੋਹਿ ਗਬ ਲਾ ਹਾਂ ਤੁਮਰੀ ਕਰੋ ਨਿਤਿਆਸ, ਪ੍ਰਭ ਮੋਹਿ ਕਬ ਗਲਾਵੇਂਗੇ। ਇਹ ਭਾਵ ਲੈ ਕੇ, ਇਹੋ ਜਿਹੇ ਪਿਆਰ ਭਰੇ ਭਾਵ ਲੈ ਕੇ, ਕਿ ਸਾਡੇ ਮਨ 'ਚ ਕਦੇ ਬੈਰਾਗ, ਕਦੇ ਗੱਚ ਭਰਿਆ ਕਿ ਮਹਾਰਾਜ ਮੇਰੇ 'ਤੇ ਵੀ ਕਦੋਂ ਕਿਰਪਾ ਹੋਏਗੀ। ਮੇਰੀ ਉਮਰ ਲੰਘਦੀ ਜਾ ਰਹੀ ਹੈ, ਮੁੱਠੀ 'ਚ ਪਕੜੀ ਹੋਈ ਰੇਤ ਵਾਂਗ ਕਿਰਦੇ ਜਾ ਰਹੇ ਸਵਾਸ ਮੇਰੇ, ਕਦੋਂ ਕਿਰਪਾ ਕਰੋਗੇ, ਕਦੋਂ ਆਪਣੀ ਨਿਕਟਤਾ ਦਾ ਅਹਿਸਾਸ, ਕਦੋਂ ਮੈਂ ਵੀ ਕਹਾਂਗਾ ਹਾਂ ਮੈਨੂੰ ਵੀ ਗੁਰੂ ਮਿਲਿਆ ਸੋਈ, ਮੈਨੂੰ ਵੀ ਗੁਰੂ ਮਿਲਿਆ। ਅੱਜ ਤਾਂ ਮੈਂ ਦੁਨੀਆ ਦੀਆਂ ਕਥਾ ਕਹਾਣੀਆਂ 'ਚ ਤੁਰਿਆ ਫਿਰਦਾ, ਉਹ ਪਿਆਰ ਉਹ ਅਹਿਸਾਸ ਮੈਨੂੰ ਕਦੋਂ ਦੇਵੋਗੇ। ਮਹਾਰਾਜ ਉਹ ਚਾਹੀਦਾ ਮੈਨੂੰ। ਇਸ ਉਡੀਕ 'ਚ ਕਦੇ ਬੈਠਿਆ ਕਰੀਏ, ਕਦੇ ਇਸ ਪਿਆਰ 'ਚ ਆ ਜਾਇਆ ਕਰੀਏ ਕਿ ਮਹਾਰਾਜ ਮੈਨੂੰ ਵੀ ਕਿਤੇ ਆਪਣੇ ਸੋਦਰ ਦੇ ਦਰਸ਼ਨ ਕਰਾ ਦਿਓ। ਅਸੀਂ ਆਪਣੇ ਸੱਜਣਾ ਮਿੱਤਰਾਂ ਨੂੰ ਕਹਿੰਦੇ ਰਹਿੰਦੇ ਭਾਈ ਤੁਹਾਡੇ ਸ਼ਹਿਰ ਆਏ ਹਾਂ, ਇੱਥੇ ਸ਼ਹਿਰ ਵੇਖਣ ਵਾਲਾ ਕਿਹੜਾ ਹੈ, ਇੱਥੇ ਕਿਹੜਾ ਥਾਂ ਹੈ। ਕੋਈ ਕਿਤੇ ਲੈ ਜਾਂਦਾ, ਕਿਸੇ ਪਾਰਕ 'ਤੇ ਲੈ ਜਾਂਦਾ, ਕੋਈ ਕਿਸੇ ਝੀਲ 'ਤੇ ਲੈ ਜਾਂਦਾ ਹੈ। ਪਰ ਗੁਰੂ ਕੀ ਸੰਗਤ ਵਿੱਚ ਆ ਕੇ ਗੁਰੂ ਮਹਾਰਾਜ ਨੇ ਕਿ ਮਹਾਰਾਜ ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਮਹਾਰਾਜ ਕਿਤੇ ਆਪਣੇ ਉਸ ਦਰ ਦੇ ਦਰਸ਼ਨ ਵੀ ਕਰਾ ਦਿਓ ਨਾ, ਜਿੱਥੇ ਬੈਠ ਕੇ ਸਾਰੇ ਜਗਤ ਦੀ ਸੰਭਾਲ ਕਰਦੇ ਪਏ ਹੋ। ਤੁਹਾਡਾ ਸਰੂਪ ਕਿਹੋ ਜਿਹਾ ਹੈ। ਇਸੇ ਰਾਗ ਵਿੱਚੋਂ ਆਪਾਂ ਵਡਹੰਸ ਪੜ੍ਹ ਰਹੇ ਹਾਂ। ਮਹਾਰਾਜ ਨੇ ਦਰਸ਼ਨ ਕਰਾਏ ਨਾ ਕਿਤੇ ਪ੍ਰੇਮੀਆਂ ਧਿਆਨੀਆਂ ਵਾਸਤੇ। ਕਹਿਣ ਲੱਗੇ ਮੈਂ ਦੇਖਿਆ ਉਹਦਾ ਸਰੂਪ ਬੜਾ ਪਿਆਰਾ ਜੇ, ਸੋਹਣਾ ਨੱਕ ਦੇ ਲੰਬੜੇ ਵਾਲ ਨੇ ਉਹਦੇ, ਸੋਨੇ ਕੀ ਢਾਲ, ਢਲੇ ਹੋਏ ਸੋਨੇ ਵਰਗਾ ਦਾ ਸਰੂਪ ਹੈ, ਭਾਵੇਂ ਸ਼ੁੱਧ ਪਵਿੱਤਰ ਨਿਰਮਲ। ਦੇਖਣਗੇ ਜਪੋ ਤੁਸੀਂ ਮਹੇਲੀਓ, ਜਪਿਆ ਕਰੋ, ਪਰ ਅਸੀਂ ਨਹੀਂ ਜਪ, ਅਸੀਂ ਤੇ ਦਿਖਾਵਟੀ ਕਰਮਾਂ ਤੋਂ ਅੱਗੇ ਜਾ ਹੀ ਨਹੀਂ ਪਾਏ। ਇਹ ਗੁਰੂ ਨੇ ਜੋ ਕਥਾ ਸੁਣਾਉਂਦੇ ਨੇ ਹਰੀ ਕੀ, ਜੋ ਗੁਰੂ ਨੇ ਸਾਨੂੰ ਦੱਸਦੇ ਨੇ ਕਿ ਭਾਈ ਉਹ ਦੇਖ ਉੱਤੇ ਬੈਠਾ ਹੈ, ਉਹ ਹਰ ਹਿਰਦੇ ਉੱਤੇ 'ਚ ਬੈਠਾ ਹੈ, ਤੇਰੇ ਹਿਰਦੇ ਵਿੱਚ ਹੀ ਬੈਠਾ ਹੈ। ਆ ਨਿੱਕੇ ਨਿੱਕੇ ਫੁੱਲਾਂ 'ਤੇ, ਪੱਤੀਆਂ 'ਤੇ, ਤਰੰਗਾਂ 'ਤੇ ਉੱਤੇ ਹੈ ਹਰੀ ਕੀ ਕਥਾ। ਉੱਤੇ ਤੇ ਨਿੱਕੀ ਨਿੱਕੀ ਜਦੋਂ ਕਿਤੇ ਕੋਈ ਰੁਮਕ ਲੱਗਦੀ ਆ,
ये हरि की कथा, हरि का बोल है। महाराज कहने लगे अपने गुरु तो बलिहार जावा, जिस गुरुदेव ने मैनू गुरु हरि की कथा सुनाई है। क्योंकि हरि की कथा कोई फिलासफी नहीं है, तो हरि की कथा कोई इतिहास नहीं है। बस यही तो भेद है। असीं इतिहास दी साखी सुनना चाहुंदे आ। अज भी किते गाहे बगाहे कथा करन जाइए तो बहुती मंग होंदी है जी साखी सुनाओ, पर चेतरना साखी हरि की कथा नहीं है। साखी दे विच गुरु की कथा है, प्यार है, लेकिन जितना हरि कथा तो फिर होर उच्ची है ना। वो तारीखा नहीं गया, मनुखों के नाँ तो थां नहीं गए, वो तो इतने कि हाँ हो रहे है, जप रहे है, कोई आ रहे है, कोई गा रहे है। आ देख ये कथा इसे करके श्री जपजी साहिब सब तो पहली साढ़े वास्ते हरि की कथा है ना, वो राग तो भी मुक्त है। भावें अज साढ़े कीर्तन ही है, जपजी साहब का भी कीर्तन करन लग पे ने, पर अपने वडेरे नूं पता होएगा जपजी साहब जी की पौड़ियाँ का कीर्तन इसी वडेरे गुरुमुख करते। कहते नहीं, गुरु नानक बाबा जी ने इसनूं राग तो मुक्त रखे। बाकी राग लय बाणी बाकी सारियां ते किसी राग का सिरलेख जिक्र है, पर जपजी साहब जी ते राग का सिरलेख जिक्र है। क्योंकि राग भी तो बंदिश दिंदा है ना, ते राग की बंदिश तो भी मुक्त है। जो तक मैनू संबंधित याद है 50 कुछ साल पहला दरबार साहब दे विच जपजी साहब की पौड़ी का कीर्तन नहीं सी करन दिंदे ना। बाकी बहुत शब्द ने। जपजी साहब एक कथा है, जपजी साहब एक दर्शन है, जपजी साहब गुरु नानक का दर्शन है। ये कीर्तन लिए नहीं है, तो समझण लई है, तो अपने लिए तेरे जप लई है, इसनूं रहस्य नूं जानन लई तेरे कोल। गुरु ने जो मैनूं कथा सुणांदे ने, जो गुरु ने कोल बैठ जाते हैं, इसे करके गुरमुखां दे मंडलां दे विच फिर बोल नहीं गए। हरी कथा वास्ते बोलण की जरूरत भी नहीं। पुराणियां गाथावां चुक जिक्र, चूँकि असीं सधारण जे मनुख हां, सानूं फिर मुड़ मुड़ के अपनियां इतिहास दीयां गाथावां कहानियां पढ़नियां ते सुणनियां पैंदियां ने, क्योंकि असीं समझदे ही इदां। एक बार बाबा कबीर साहब के जीवन च गाथा हुंदी है। लोगों ने बहुत कहना कि कबीर साहब तुसीं भी इधर उधर बड़ा जानते हो, तुहाडे गुरु जिहड़े बाबा रामानंद जी ने वो भी बथेरा संगतां च विचरदे ने, पर तुसीं कदे कट्ठे नहीं बैठे। तुसीं महान हो, बहुत सोहणे हो, चंगे हो, पर तुसीं कदे कट्ठे नहीं बैठे, तुहाडे गुरु कदे तुहाडे वाल आए ही नहीं। चलो संगतां दा एक चर्चा फैल गया। आपस गुरुदेव ने रामानंद जी ने कहता कि चल भाई कबीर तेरे कोल आवांगे। तैयारियां होण लग पईयां भी हुण ते बड़ी कथा होएगी, बड़ा विचार वटांदरे होणगे, क्योंकि आम संगत ही संग बड़े विचार वटांदरे होवांगे। तो अज भी जदों लोग विचार वटांदरे तो की हुंदे कि बहस कर रहे एक दूजे नूं नीवां दिखाणा, मैं चंगा ते मैं चंगा। आए समागम नियत हो गया, आसन विछ गए। नियत समय ते आके गुरु अपने नियत आसन ते बैठ गए। बाबा कबीर साहब जी मत्था टेके अदब दे नाल सन्मुख बैठ गए। बैठे रहे चुप, दोनों शांत चुप, कोई बोल नहीं। घड़ी पर बैठे। घड़ी पर बैठने तो बाद गुरु कहते अच्छा कबीर चलते हैं। घड़ी पर बैठ के कबीर गुरु रामानंद उठ के चले गए। कबीर साहब फिर उत्थे बैठे रहे। जदों अपने मौज विच उठे तो साडे वर्गियां ने फिर कह लिया बाबा गलबात तां कोई कीती कोई ना। कबीर साहब कहने लगे गुरु गल्लां बातां करन वास्ते नहीं हुंदे, बस यही तो सानूं भेत है। गुरु गल्लां बातां लई नहीं हुंदे, गुरु ते रस देंदे ने, अमृत वरसदा है गुरु की दृष्टि च। असीं भी इत्थे बैठ के इसे करके सानूं कहा जांदा है कि इत्थे बैठ के अपनियां निजी गल्लां बातां ना करिया करो, इत्थों दे निकटता नूं माणिया करिए कि गुरु दे कोल बैठे आ। बस कोल बहना ही बड़ी वड्डी गल है। जिन्हां ने किते वडेरे गुरमुखां की संगत की उन्हें पता होएगा गुरमुखां दे कोल चुप करके बहना ही बहुत कुछ दे दिंदा है। क्योंकि उन्हां दे कोल जिवें असीं कहांगे ना कि अग दे कोल बैठे हैं तो निग अपने आप मिलण लग पैना है ना। बर्फ दे कोल बैठांगे तो ठंडक अपने आप मिलेगी, मंगण की लोड़ तो नहीं। तुसीं बचा करना बच जाओ भज जाओ वखरी गल है, पर ना भाई गुरु को बैठांगे, गुरु की बख्शिश, गुरु की आसीस, गुरु की दृष्टि का अमृत, गुरु की निकटता का अमृत सुते सदा अपने आप मिलेगा। इस करके कदे कदे सही
ਜਦੋਂ ਸਮਾਂ ਲੱਗੇ ਚੁੱਪਚਾਪ ਆ ਕੇ ਗੁਰੂ ਕੋਲ ਬਹਿ ਜਾਇਆ ਕਰੀਏ। ਇਸੇ ਕਰਕੇ ਸਿਆਣੇ ਕਿ ਜਦੋਂ ਕੀਰਤਨ ਹੁੰਦਾ ਹੋਵੇ, ਕਥਾ ਹੋਵੇ, ਬਿਲਕੁਲ ਚੁੱਪਚਾਪ ਸ਼ਾਂਤ ਆ ਕੇ ਬਹਿ ਜਾਓ। ਕੋਈ ਕੀ ਕਰਦਾ ਪਿਆ ਹੈ, ਕੋਈ ਕਦੋਂ ਆਇਆ ਅਤੇ ਕਦੋਂ ਉੱਠ ਕੇ ਚਲਾ ਗਿਆ, ਤੁਸਾਂ ਕੀ ਲੈਣਾ ਹੈ? ਤੁਸੀਂ ਇੱਥੇ ਐਗਜ਼ਾਮਨਰ ਬਣ ਕੇ ਥੋੜ੍ਹਾ ਆਇਓ। ਬਸ ਇਹੀ ਭੇਤ ਹੈ, ਅਸੀਂ ਕੀ ਬਣ ਕੇ ਇੱਥੇ ਆਏ ਹਾਂ, ਆਪਣੀ ਕਿਸ ਹੈਸੀਅਤ ਨੂੰ ਲੈ ਕੇ ਇੱਥੇ ਆਏ ਹਾਂ ਕਿ ਅਸੀਂ ਇੱਥੇ ਐਗਜ਼ਾਮਨਰ ਬਣ ਕੇ ਆਏ ਹਾਂ। ਅਤੇ ਭਾਈ ਜੇ ਐਗਜ਼ਾਮਨਰ ਬਣ ਕੇ ਆਇਓ ਤਾਂ ਫਿਰ ਸਿੱਖ ਨਹੀਂ ਬਣ ਪਾਓਗੇ ਅਜੇ। ਅਤੇ ਜੇ ਸਿੱਖ ਬਣ ਕੇ ਆਉਣਾ ਜੇ ਅਤੇ ਫਿਰ ਭਾਈ ਇੱਥੇ ਕਿਸੇ ਨੂੰ ਐਗਜ਼ਾਮਿਨ ਮਤ ਕਰੋ ਵੀ ਨੇ ਕਿਹੜੇ ਕੱਪੜੇ ਪਾਏ ਨੇ। ਉਹ ਠੀਕ ਹੈ, ਉਹ ਮਰਿਆਦਾ ਦੇ ਮੁਤਾਬਕ ਜਿਨ੍ਹਾਂ ਦੀ ਰਿਸਪੋਂਸਿਬਿਲਿਟੀ ਡਿਊਟੀ ਹੈ ਉਹ ਪਹਿਰੇ 'ਤੇ ਖੜ੍ਹੇ ਨੇ। ਹਾਂ, ਡਿਊਟੀ ਵਾਲਾ ਸੁਚੇਤ ਸਾਵਧਾਨ ਹੋਵੇ, ਕਿਉਂਕਿ ਉਹਦਾ ਧਰਮ ਹੈ, ਉਹ ਆਪਣੀ ਡਿਊਟੀ ਨਿਭਾਏ। ਤਿਸ ਗੁਰੂ ਕੋ ਸਦ ਬਲਿਹਾਰਣ ਹੈ, ਉਸ ਗੁਰੂ ਤੋਂ ਸਦਾ ਬਲਿਹਾਰ ਜਾ। ਕਿਉਂ? ਜਿਨ ਹਰ ਸੇਵਾ ਬਣਤ ਬਣਾਏ, ਜਿਸ ਨੇ ਰੱਬ ਦੀ ਸੇਵਾ ਦੀ ਬਣਤਰ ਬਣਾ ਦਿੱਤੀ ਹੈ। ਰੱਬ ਦੀ ਸੇਵਾ ਵਾਸਤੇ ਸਾਡੇ ਕੋਲ ਕੋਈ ਜੁਗਤ ਨਹੀਂ ਸੀ। ਮਨੁੱਖ ਦੀ ਮਨੁੱਖ ਸੇਵਾ ਕਰ ਰਿਹਾ ਸੀ, ਵਡੇਰਿਆਂ ਦੀ ਸੇਵਾ ਕਰ ਰਿਹਾ ਸੀ। ਅਸੀਂ ਦੀਨ ਦੁਖੀਆਂ ਦੀ ਸੇਵਾ ਲੋਕ ਕਰਦੇ ਸਨ, ਪਰ ਨਾਲੇ ਤੇ ਕਹਿੰਦੇ ਸੀ ਅਸੀਂ ਗਰੀਬ ਦੀ ਸੇਵਾ ਕਰਦੇ ਹਾਂ, ਦੁਖੀ ਦੀ ਸੇਵਾ ਕਰਦੇ ਹਾਂ। ਅਸੀਂ ਸੇਵਾ ਇੱਦਾਂ ਕਰਦੇ ਸਾਂ, ਸਾਡੇ ਤੋਂ ਵਡੇਰਿਆਂ ਨੂੰ ਕਿਤੇ ਸਾਖੀ ਪੜ੍ਹ ਕੇ ਦੇਖੀ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲੀਆਂ, ਅਤੇ ਇਹੀ ਦੱਸਿਆ ਜਾਏਗਾ। ਅੱਜ ਵੀ ਸਮਾਜ 'ਚ ਇਹੀ ਕਿਹਾ ਜਾਂਦਾ ਹੈ। ਦੇਖੋ ਜੀ, ਫਲਾਣਾ ਥਾਂ ਦੀਨ ਦੁਖੀਆਂ ਦੀ ਸੇਵਾ, ਦੀਨ ਦੁਖੀਆਂ ਦੀ ਸੇਵਾ ਤਰਸ ਕਰਕੇ ਕਰ ਰਹੇ ਹੋ ਨਾ, ਗਰੀਬ ਦੀ ਸੇਵਾ ਤਰਸ ਕਰਕੇ ਕਰ ਰਹੇ ਹੋ ਨਾ। ਤੂੰ ਛੋਟਾ ਹੈ, ਗਰੀਬ ਹੈ, ਮਜ਼ਲੂਮ ਹੈ, ਠੀਕ ਹੈ, ਅਸੀਂ ਤਰਸ ਕਰਕੇ ਕਰ ਰਹੇ ਹਾਂ। ਪਰ ਕਦੇ ਦੇਖਣਾ ਗੁਰੂ ਦੀ ਸੇਵਾ ਕਿੱਦਾਂ ਕਰਦੇ ਹੋ, ਪ੍ਰੇਮ ਨਾਲ ਕਰਦੇ ਹੋ, ਤਰਸ ਨਹੀਂ ਗਾ। ਉੱਥੇ ਤਰਸ ਨੂੰ ਪ੍ਰਾਪਤ ਕਰਨ ਲਈ ਸੇਵਾ ਕਰਨੀ ਹੈ। ਅਸੀਂ ਕਿਸੇ ਨੂੰ ਬਾਹਰ ਗਰੀਬ ਬੈਠਾ ਹੋਇਆ, ਉਹਨੂੰ 2 ਰੁਪਏ ਜਾਂਦੇ ਦੇ ਜਾਣੇ ਆ, ਕਿਉਂ? ਤਰਸ ਆਉਂਦਾ ਤੇ ਦੇ ਜਾਣੇ ਆ। ਪਰ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਕਿ ਉਸ ਨੂੰ ਛੋਟਾ ਮਤ ਸਮਝ। ਇਹ ਦੇਖ ਕਿ ਉਹ ਤੇਰੇ ਵਾਸਤੇ ਇੱਕ ਵਿਧੀ ਹੈ, ਤੇਰੇ ਵਾਸਤੇ ਇੱਕ ਜੁਗਤ ਹੈ, ਤੇਰੇ ਵਾਸਤੇ ਤੇਰੇ ਕਰਤੇ ਨੇ ਇੱਕ ਵਿਧਾਨ ਬਣਾਇਆ ਕਿ ਤੂੰ ਉਹਦੇ ਸਦਕੇ ਕਰਤੇ ਪੁਰਖ ਦੀ ਸੇਵਾ ਕਰ। ਇਸੇ ਕਰਕੇ ਸਾਡੇ ਵਡੇਰਿਆਂ ਨੇ ਇੱਕ ਵਿਧਾਨ ਬਣਾਇਆ ਕਿ ਜਲ ਤੇ ਤੁਸੀਂ ਮਨੁੱਖ ਨੂੰ ਛਕਾਉਣਾ ਹੈ, ਪਰ ਮਨੁੱਖ ਨੂੰ ਮੰਨਣਾ ਨਹੀਂ ਹੈ। ਜਲ ਆਪਣੇ ਗੁਰੂ ਨੂੰ ਛਕਾਉਣਾ ਹੈ, ਸੇਵਾ ਆਪਣੇ ਗੁਰੂ ਕੀ ਕਰਨੀ ਹੈ। ਭਾਈ ਕਨ੍ਹਈਆ ਜੀ ਦਾ ਬੋਲ ਬਹੁਤ ਗੰਭੀਰ ਹੈ। ਸ਼ਾਇਦ ਅਸੀਂ ਕਦੇ ਉੱਥੇ ਪਹੁੰਚ ਸਕੀਏ। ਜਦੋਂ ਸਿੱਖਾਂ ਕਿਹਾ ਸੀ ਮਹਾਰਾਜ ਇਹ ਦੁਸ਼ਮਣਾਂ ਨੂੰ ਜਲ ਛਕਾਉਂਦੇ ਨੇ, ਤੇ ਉਹਨੇ ਕਿਹਾ ਸੀ ਨਹੀਂ ਮਹਾਰਾਜ, ਮੈਂ ਤਾਂ ਕਦੇ ਕਿਸੇ ਦੂਸਰੇ ਨੂੰ ਜਲ ਛਕਾਇਆ ਹੀ ਕੋਈ ਨਾ। ਕਹਿਣ ਲੱਗੇ ਕਿਸ ਨੂੰ ਜਲ ਛਕਾਉਂਦੇ ਹੋ? ਕਹਿਣ ਲੱਗੇ ਮਹਾਰਾਜ ਮੈਂ ਤੇ ਆਪ ਨੂੰ ਜਲ ਛਕਾਉਂਦਾ, ਆਪ ਤੋਂ ਸਿਵਾ ਤਾਂ ਮੈਂ ਕਿਸੇ ਨੂੰ ਜਲ ਛਕਾਇਆ ਹੀ ਨਹੀਂ। ਕਿਤੇ ਅਸਾਂ ਦਾ ਸਿੱਖ ਮੰਡਲ ਨਿੱਜੀ ਅਤੇ ਵਿਅਕਤੀਗਤ ਤੌਰ 'ਤੇ ਵੀ ਸਮੂਹਿਕ ਤੌਰ 'ਤੇ ਅਸੀਂ ਇੱਥੇ ਪਹੁੰਚ ਜਾਈਏ ਕਿ ਅਸੀਂ ਜੋ ਕੁਛ ਵੀ ਕਰਨਾ ਹੈ ਉਹ ਆਪਣੇ ਗੁਰੂ ਲਈ ਕਰਨਾ ਹੈ। ਆ ਭੋਜਨ ਛਕਾਉਣਾ ਜਿਹਨੂੰ ਆਪਾਂ ਲੰਗਰ ਛਕ ਵਰਤਾਣਾ ਕਹਿ ਰਹੇ ਹਾਂ, ਜੇ ਲੰਗਰ ਵਰਤਾਣਾ ਤਾਂ ਕਿਹਨੂੰ ਛਕਾ ਰਹੇ ਹੋ? ਗੁਰੂ ਨੂੰ ਛਕਾ ਰਹੇ ਹੋ। ਫਿਰ ਲੰਗਰ ਦਾ ਤੁਹਾਡਾ ਮਿਕਦਾਰ, ਤੁਹਾਡਾ ਸਟੈਂਡਰਡ ਐਸਾ ਹੋਵੇ ਨਾ ਕਿ ਗੁਰੂ ਨੂੰ ਛਕਾ ਰਹੇ ਹੋ। ਜੇ ਅਸੀਂ ਕੋਈ ਵਸਤਰ ਭੇਟਾ ਦੇ ਰਹੇ ਹੋ ਤਾਂ ਐਸਾ ਦਿਓ ਨਾ ਜੈਸਾ ਗੁਰੂ ਨੂੰ ਦੇਣਾ ਹੈ। ਪਰ ਅਸੀਂ ਤਾਂ ਕੀ ਕਹਿੰਦੇ ਆ, ਨਹੀਂ ਨਹੀਂ, ਅਸੀਂ ਤਾਂ ਜੋ ਨਖਿੱਧ ਹੁੰਦਾ ਹੈ ਉਹ ਗੁਰੂ ਦੇ ਨਾਂ 'ਤੇ ਅਤੇ ਗੁਰੂ ਕੀ ਸੰਗਤ ਵਿੱਚ ਵਰਤਾ ਕੇ ਲਿਆਉਂਦੇ ਆ। ਜੋ ਕਿਤੇ ਨਾ ਚੱਲਦਾ ਹੋਵੇ ਲਿਆ ਕੇ ਇੱਥੇ ਧਰ ਦਿੱਤਾ ਜਾਂਦਾ, ਚੱਲ ਇੱਥੇ ਤੇ ਆਪੇ ਵਰਤ ਹੀ ਲੈਣਾ ਕਿਸੇ ਨੇ। ਅਸੀਸਾਂ ਦਾ ਸਾਡੀ ਸੋਚ ਐਸੀ ਬਣ ਗਈ, ਜੋ ਸਾਡੇ ਘਰ ਪਰਿਵਾਰ 'ਚ ਨਖਿੱਧ ਹੋ ਜਾਂਦਾ ਹੈ ਨਾ, ਉਹ ਸਾਮਾਨ ਅਸੀਂ ਲਿਆ ਕੇ ਗੁਰਦੁਆਰੇ ਰੱਖ ਦਿੰਦੇ ਹਾਂ ਜੋ ਵਰਤੋਂ 'ਚ ਕਰਨ। ਉਹ ਜਿਹੜਾ ਤੁਹਾਡੇ ਘਰ ਵਰਤੋਂ 'ਚ ਨਹੀਂ ਆ ਰਿਹਾ, ਦੂਜੇ ਦੇ ਘਰ ਵਰਤੋਂ 'ਚ ਕਿੱਥੋਂ ਆਏਗਾ? ਕਿਉਂਕਿ ਅਸੀਂ ਤੇ ਬੋਝ ਉਤਾਰਦੇ ਆ। ਨਤੀਜਾ ਕੀ ਹੈ? ਸਾਡੇ ਅੰਦਰ ਇੱਕ ਦਬਾਅ ਰਹਿੰਦਾ ਹੈ। ਇਹਨਾਂ ਚੀਜ਼ਾਂ ਦਾ ਸਾਡੇ 'ਤੇ ਸਿਆਣੇ ਮੰਨਦੇ ਸਨ, ਇੱਕ ਦਬਾਅ ਹੋ ਜਾਂਦਾ ਹੈ, ਪ੍ਰੈਸ਼ਰ ਰਹਿੰਦਾ ਹੈ। ਸੁਰਤ ਉੱਚੀ ਨਹੀਂ ਉੱਠ ਪਾਏਗੀ, ਖੇੜਾ ਤੇ ਆਨੰਦ ਨਹੀਂ ਮਿਲ ਪਾਏਗਾ। ਥੋੜ੍ਹਾ ਦਿਓ, ਬਹੁਤਾ ਦਿਓ, ਪਰ ਇਸ ਭਾਵ 'ਚ ਆ ਕੇ ਦਿਓ, ਐਸਾ ਦਿਓ ਕਿ ਜੈਸਾ ਗੁਰੂ ਨੂੰ ਭੇਟ ਕਰ ਰਹੇ ਹੋ। ਅਤੇ ਗੁਰੂ ਨੂੰ ਕੈਸਾ ਭੇਟ ਕਰੋਗੇ? ਅਤੇ ਸਿਆਣੇ ਕਹਿੰਦੇ ਨੇ ਗੁਰੂ ਨੂੰ ਸਿਰ ਭੇਟਾ ਕਰੀਦਾ ਹੈ। ਸਿਰ ਦਾ ਮਤਲਬ ਪਤਾ ਕੀ? ਸਿਰ ਉਤਾਰੀ ਦਾ ਥੋੜ੍ਹਾ ਕਦੇ। ਸਿਰ ਦਾ ਮਤਲਬ ਹੈ ਸ਼੍ਰੇਸ਼ਟ, ਜੋ ਸਭ ਤੋਂ ਚੰਗਾ ਹੋਵੇ ਉਹ ਗੁਰੂ ਨੂੰ ਭੇਟਾ ਕਰ। ਔਰ ਅਸਾਂ ਦੀ ਸੋਚ ਇਹੋ ਜਿਹੀ ਬਣ ਗਈ ਹੈ ਕਿ ਜੋ ਸਭ ਤੋਂ ਨਖਿੱਧ ਹੈ ਉਹ ਲਿਆ ਕੇ ਗੁਰੂ ਦੇ ਅੱਗੇ ਰੱਖਦੇ। ਇੱਥੇ ਕਿਹੜਾ ਫਰਕ ਪੈਣਾ? ਅਸੀਂ ਰੁਪਏ ਵੀ ਇੱਦਾਂ ਹੀ ਧਰਦੇ ਨਾ, ਵੇਖੀਦਾ ਆਪਣੇ ਨੋਟਾਂ 'ਚੋਂ ਪਛਾਣ ਕੇ ਜਾਣ ਕੇ, ਜਿਹੜਾ ਬਿਲਕੁਲ ਕਿਤੇ ਨਾ ਜੱਲੇ
ਬਾਜ਼ਾਰ ਦਾ ਮੂੰਗਫਲੀ ਵਾਲਾ ਵੀ ਜਿਸ ਨੂੰ ਨਹੀਂ ਲੈਂਦਾ ਉਸ ਲਿਆ ਕੇ ਗੋਲਕ 'ਚ ਪਾ ਦਿੰਦੇ ਆ। ਤੇ ਫਿਰ ਕਹਿੰਦੇ ਗੁਰੂ ਦੇ ਨਹੀਂ, ਇਹ ਦਬਾਅ ਰਹਿਣਗੇ ਸਾਡੇ ਤੇ, ਪ੍ਰੈਸ਼ਰ ਰਹਿਣਗੇ ਸਾਡੇ ਤੇ। ਖੇੜਾ ਲੈਣਾ ਤੇ ਸ਼੍ਰੇਸ਼ਟ ਗੁਰੂ ਨੂੰ ਭੇਟ ਕੀਤਾ। ਵੇਖਿਆ ਵੈਸੇ ਦੁਨੀਆ ਤਮਾਮ ਟੀਕਾ ਟਿੱਪਣੀ ਤੋਂ ਪਾਰ ਲੰਘ ਕੇ ਦੇਖੀਏ, ਜੋ ਵੀ ਸ਼੍ਰੇਸ਼ਟ ਹੈ ਉਹ ਭੇਟ। ਮਹਾਰਾਜਾ ਰਣਜੀਤ ਸਿੰਘ ਦਾ ਨਾਮ ਇਸ ਕੋਲੋਂ ਪੱਧਰ ਤੇ ਵੱਡਾ ਉੱਚਾ ਆਏਗਾ। ਬਿਹਤਰੀਨ ਸਿਹਰਾ ਬਣਾਇਆ ਪੋਤਰੇ ਦੇ ਵਿਆਹ ਵਾਸਤੇ ਕਾਰੀਗਰਾਂ ਨੇ, ਤੇ ਕਹਿਣਗੇ ਰਾਜਨ ਮਹਾਰਾਜਾ ਜੀ ਇਹ ਤੋਂ ਵਧੀਆ ਸੋਹਣਾ ਸਿਹਰਾ ਅਸੀਂ ਕਦੇ ਨਹੀਂ ਬਣਾਇਆ, ਸਭ ਤੋਂ ਸੋਹਣਾ। ਜੇ ਕਹਿਣਗੇ ਸਭ ਤੋਂ ਸੋਹਣਾ, ਕਹਿਣਗੇ ਹਾਂਜੀ ਸਭ ਤੋਂ ਸੋਹਣਾ। ਕਹਿਣਗੇ ਫਿਰ ਇੱਕ ਵਾਰ ਸੋਚ ਵਿਚਾਰ ਲਓ ਕਿ ਤੁਹਾਡੇ ਮੰਡਲ 'ਚ ਜੌਹਰੀਆਂ ਨੇ ਇਹ ਤੋਂ ਵਧੀਆ ਸਿਹਰਾ ਨਹੀਂ ਬਣਾ ਕੇ ਲੱਗੇ ਨੇ। ਕਹਿਣ ਲੱਗੇ ਜੇ ਸਭ ਤੋਂ ਸੋਹਣਾ ਹੈ ਤੇ ਗੁਰੂ ਸਾਹਿਬ ਦੀ ਭੇਟ ਕਰ ਦਿਓ। ਅੱਜ ਵੀ ਜਦੋਂ ਜਲੌ ਸਜਦਾ ਹੈ ਤੇ ਉਹ ਸਿਹਰਾ ਦਰਸ਼ਨ ਕਰਾਏ ਜਾਂਦੇ ਨੇ। ਹਾਜੀ ਮਸਕੀਨ ਸਾਹਿਬ ਜੀ ਨੇ ਜਦੋਂ ਸਾਰੀ ਜ਼ਿੰਦਗੀ ਲਗਾ ਕੇ ਚੰਦਨ ਦੇ ਵਿੱਚੋਂ ਚੌਰ ਤਿਆਰ ਕੀਤੇ ਨੇ, ਸਭ ਤੋਂ ਸੋਹਣੇ ਸਭ ਤੋਂ ਨਾਯਾਬ ਨੇ, ਤੇ ਭੇਟ ਕੀਤੇ। ਇੱਕ ਉਹਨਾਂ ਆਪਣੇ ਕਾਬੇ ਕੀਤਾ ਤੇ ਇੱਕ ਲਿਆ ਕੇ ਸ਼੍ਰੀ ਦਰਬਾਰ ਸਾਹਿਬ ਭੇਟ ਕਰ ਦਿੱਤਾ ਹੈ। ਜੋ ਸਰਵ ਸ਼੍ਰੇਸ਼ਟ ਹੈ ਉਹ ਆਪਣੇ ਗੁਰੂ ਨੂੰ ਭੇਟ ਕਰ। ਲੋਕ ਅਧਿਆਤਮ ਦੇ ਵਿੱਚ ਸੋਨਾ ਕਿਉਂ ਭੇਟ ਕਰਦੇ ਨੇ? ਕਿਉਂਕਿ ਸੋਨਾ ਸਰਵਸ਼੍ਰੇਸ਼ਟ ਤੇ ਸ਼ੁੱਧ ਮੰਨਿਆ ਜਾਂਦਾ। ਖੈਰ ਆਪਣੇ ਗੁਰੂ ਨੂੰ ਬਲਿਹਾਰ ਜਾਈਏ, ਇਸ ਕਰਕੇ ਬਲਿਹਾਰ ਜਾਈਏ ਜਿਹਨੇ ਸਾਡੇ ਵਾਸਤੇ ਰੱਬ ਦੀ ਸੇਵਾ ਦੀ ਵਿਧੀ ਬਣਤਰ ਬਣਾ ਦਿੱਤੀ ਹੈ, ਇੱਕ ਵਿਧਾਨ ਬਣਾ ਦਿੱਤਾ ਹੈ। ਔਰ ਬੜੀਆਂ ਸਾਖੀਆਂ ਅਸੀਂ ਸੁਣੀਆਂ ਪੜ੍ਹੀਆਂ ਨੇ। ਅਕਬਰ ਵਰਗੀਆਂ ਸ਼ਖਸੀਅਤਾਂ ਨੇ ਆ ਕੇ ਇੱਥੇ ਕਿਹਾ ਸੀ ਮੈਂ ਜ਼ਗੀਰ ਲਗਾ ਦਿੰਦਾ ਹਾਂ ਲੰਗਰ ਵਾਸਤੇ, ਕੋਈ ਸੋਚਣਾ ਹੀ ਨਹੀਂ ਪਵੇਗਾ। ਤੇ ਮਹਾਰਾਜ ਨੇ ਕੀ ਕਿਹਾ ਸੀ, ਨਾ ਭਾਈ ਇਹ ਲੰਗਰ ਰਾਜਿਆਂ ਦੀ ਜ਼ਗੀਰ ਨਾਲ ਨਹੀਂ ਚੱਲੇਗਾ। ਇਹ ਇੱਕ ਜਿਹਨੂੰ ਪੁਰਾਣੇ ਕਹਿੰਦੇ ਸੇਵਾ ਦਾ ਕੁੰਭ ਹੈ। ਇੱਕ ਤੇ ਮਨੁੱਖਾਂ ਦਾ ਕੁੰਭ ਲੱਗਦਾ ਨਾ ਕਿਤੇ ਗੰਗਾ ਦੇ ਕਿਨਾਰੇ ਤੇ ਹੋਰਨਾਂ ਥਾਵਾਂ ਤੇ, ਇਹ ਸੇਵਾ ਦਾ ਕੁੰਭ ਲੱਗਦਾ ਹੈ ਜਿਸ 'ਚ ਹਰ ਕੋਈ ਜੀ ਆਪਣੀ ਸ਼ਰਧਾ ਤੇ ਸਮਰੱਥਾ ਮੁਤਾਬਕ ਤਿਲ ਫੁੱਲ ਪਾਉਂਦਾ ਹੈ। ਇਹ ਸੇਵਾ ਦੀ ਬਣਤਰ ਹੈ। ਇੱਕ ਵਿਅਕਤੀ ਇਕੱਲਾ ਕੁਛ ਨਹੀਂ ਕਰ ਪਾ ਰਿਹਾ, ਉਹ ਜਿਤਨਾ ਸਰਦਾ ਬਣਦਾ। ਸਤਵੇਂ ਪਾਤਸ਼ਾਹ ਸਾਹਿਬ ਦੀ ਜੀਵਨ ਗਾਥਾਵਾਂ ਦੇ ਵਿੱਚੋਂ ਇੱਕ ਗਾਥਾ ਆਉਂਦੀ ਹੈ, ਬੜੀ ਦਾਰਸ਼ਨਿਕ ਮੰਡਲ ਦੀ ਗਾਥਾ ਹੈ। ਸੇਵਾ ਦੇ ਸਦਕੇ ਭਾਵ ਕਿਹੋ ਜਿਹਾ ਹੋਵੇ ਤੇ ਕੀ ਕੁਛ ਬਣਦਾ, ਸੇਵਾ ਦੀ ਬਣਤਰ ਕਿਵੇਂ ਬਣਦੀ। ਕਹਿਣ ਲੱਗੇ ਕਿਸੇ ਗ੍ਰਸਤੀ ਪਰਿਵਾਰ ਦੇ ਵਿੱਚ ਚਿੜੀਆਂ ਦਾ ਆਲਣਾ ਸੀ ਉਹਨਾਂ ਦੇ ਘਰ 'ਚ। ਉਹ ਗਰੀਬੜੇ ਸਨ, ਬਹੁਤ ਵੱਡਾ ਭਾਵ ਉਹਨਾਂ ਦੇ ਕੋਲ ਅਮੀਰੀ ਨਹੀਂ ਸੀ, 2 ਵਕਤ ਦੀ ਰੋਟੀ ਦਾ ਇੰਤਜ਼ਾਮ ਵੀ ਮਸਾਂ ਕਰਦੇ ਸਨ। ਇਸ ਕਰਕੇ ਕਿਸੇ ਨੂੰ ਰੋਟੀ ਨਹੀਂ ਸਨ ਖਵਾ ਸਕਦੇ। ਭਾਈ ਇਹਨਾਂ ਹੈ ਹੀ ਨਹੀਂ ਕਿ ਖਵਾਈਏ ਕਿੱਥੋਂ। ਪਰ ਮਨ ਭਾਵ ਸੀਗਾ ਕਿ ਇਹ ਪ੍ਰਭੂ ਕਿਤੇ ਹੁੰਦਾ ਤੇ ਅਸੀਂ ਵੀ ਭੋਜਨ ਪ੍ਰਸ਼ਾਦਾ ਕਿਸੇ ਨੂੰ ਛਕਾਉਂਦੇ। ਤੇ ਕਹਿੰਦੇ ਉਹਨਾਂ ਦੇ ਘਰ ਜੋ ਚਿੜੀਆਂ ਦਾ ਆਲਣਾ ਸੀ ਨਾ, ਉਹ ਉੱਥੋਂ 2 ਦਾਣੇ ਚੁੱਕ ਲਿਆ ਕੇ ਲੰਗਰ 'ਚ ਪਾ ਦਿੰਦੀਆਂ ਸਨ। ਤੇ ਉਹਦੀ ਬਰਕਤ ਲੰਗਰ ਦੇ ਵਿੱਚ ਪੈਂਦੇ 2-2 ਦਾਣਿਆਂ ਦੀ ਸਦਾ ਬਰਕਤ ਦੇ ਨਾਲ ਖੁੱਲ੍ਹੇ ਭੰਡਾਰ ਘਰ ਬਣੇ। ਉਹਨਾਂ ਘਰ ਬਦਲਤਾ, ਜਿੱਥੇ ਚਿੜੀਆਂ ਦਾ ਆਲਣਾ ਸੀ ਢਾਹ ਦਿੱਤਾ। ਚਿੜੀਆਂ ਨਾਰਾਜ਼ ਹੋ ਕੇ ਬਣਤਰ ਬਦਲ ਗਏ। ਫਿਰ ਉਹਨਾਂ ਲੰਗਰ ਦੇ 2 ਦਾਣੇ ਚੁੱਕ ਕੇ ਉਹਨਾਂ ਦੇ ਘਰ ਸੁੱਟਣੇ ਸ਼ੁਰੂ ਕਰਤੇ। ਤੇ ਸਾਨੂੰ ਪਤਾ ਹੈ ਅਸੀਂ ਜਿਹੜਾ ਲੜੇ ਆ ਬਿਨਾਂ ਹੱਕ ਤੋਂ ਕਿ ਲੰਗਰ ਛਕਦਾ ਹੈ ਨਾ, ਬੜਾ ਭਾਰੀ ਹੁੰਦਾ ਜੇ, ਇਹਦਾ ਭੁਗਤਾਨ ਕਰਨਾ ਬੜਾ ਔਖਾ। ਇਸ ਕਰਕੇ ਭਾਈ ਸੋਚ ਸਮਝ ਕੇ ਵਰਤਿਆ ਕਰੋ। ਇਸ ਨੂੰ ਹੈ ਅਤਿਥੀਆਂ ਵਾਸਤੇ, ਹੈ ਗਰੀਬ ਗੁਰਬੇ ਵਾਸਤੇ, ਲੋੜਵੰਦ ਵਾਸਤੇ, ਪਰ ਬਿਨਾਂ ਲੋੜ ਤੋਂ ਲੰਗਰ ਅਗਰ ਕੋਈ ਵਰਤਦਾ ਹੈ ਤਾਂ ਉਸ ਨੂੰ ਜਵਾਬ ਦੇਣਾ ਪਏਗਾ। ਨਤੀਜਾ ਕੀ ਨਿਕਲਿਆ? ਜਿਵੇਂ ਚੜ੍ਹਦੀ ਕਲਾ ਬਣੀ ਸੀ ਉਦੋਂ ਢਹਿੰਦੀ ਕਲਾ ਬਣ ਗਈ। ਸਾਨੂੰ ਸਮਝ ਆ ਜੇ ਗੁਰੂ ਨੇ ਸਾਡੇ ਲਈ ਸੇਵਾ ਦੀ ਬਣਤਰ ਬਣਾਈ ਹੈ। ਆ ਥਾਂ ਪਰ ਥਾਂ ਕਿਤੇ ਉਹਨਾਂ ਨੇ ਬੌਲੀ ਸਾਹਿਬ ਤੋਂ ਕਾਰ ਸੇਵਾ ਆਰੰਭ ਕੀਤੀ ਹੈ, ਕਿਤੇ ਧਰਮਸ਼ਾਲਾ ਬਣਦੀ, ਕਿਤੇ ਲੰਗਰ ਚੱਲਦੇ ਨੇ, ਕਿਤੇ ਬੌਲੀਆਂ ਲੱਗੀਆਂ ਨੇ, ਕਿਤੇ ਪਿਆਊ ਲੱਗੇ ਨੇ। ਇਹ ਉਹਨਾਂ ਨੇ ਬਣਤਰਾਂ ਬਣਾਤੀਆਂ। ਲੈ ਵੀ ਤੂੰ ਵੀ ਇਹਦੇ 'ਚ ਹਿੱਸਾ ਪਾ ਦੇ, ਖੁੱਲ੍ਹਾ ਤੂੰ ਕੁਝ ਨਹੀਂ ਕਰ ਸਕਦਾ, ਇਹਦੇ ਵਿੱਚ ਆ ਕੇ ਹੋਰ ਕੁਛ ਨਹੀਂ, ਤੂੰ 4 ਕਟੋਰੇ ਭਰ ਕੇ ਜਲ ਹੀ ਛਕਾ ਦੇ। ਗੁਰੂ ਨੇ ਸਾਡੇ ਵਾਸਤੇ ਹਰੀ ਸੇਵਾ ਦੀ ਬਣਤਰ ਬਣਾ ਦਿੱਤੀ ਹੈ। ਇਸ ਕਰਕੇ ਆਪਣੇ ਗੁਰੂ ਤੋਂ ਬਲਿਹਾਰ ਜਾ, ਤਿਸ ਗੁਰ ਕੋ ਸਦ ਬਲਿਹਾਰਣਾ, ਜਿਨ ਹਰ ਸੇਵਾ ਬਣਤ ਬਣਾਈ। ਫਿਰ ਕਹਿਣ ਲੱਗੇ ਗੁਰੂ ਕੈਸਾ ਹੈ? ਕਹਿਣ ਲੱਗੇ ਸੋ ਸਤਿਗੁਰੂ ਪਿਆਰਾ ਮੇਰੇ ਨਾਲ ਹੈ। ਉਹ ਸਤਿਗੁਰੂ ਪਿਆਰਾ ਜਿਹਨੇ ਮੈਨੂੰ ਰੱਬ ਦੀ ਗੱਲ ਸਮਝਾ ਦਿੱਤੀ, ਜਿਹਨੇ ਮੈਨੂੰ ਦੱਸ ਦਿੱਤਾ ਕਿ ਰੱਬ ਦੀ ਪ੍ਰਾਪਤੀ ਕਿਤੇ ਜਾ ਕੇ ਨਹੀਂ ਜੇ ਹੋਣੀ। ਮਤਾਂ ਖਿਆਲ ਕਰਨਾ ਸੀ 10-20-50 ਮੀਲ ਕਿਤੇ ਪਹਾੜਾਂ 'ਤੇ ਚੜ੍ਹ ਜਾਵਾਂਗੇ, ਕਿਤੇ ਸਮੁੰਦਰਾਂ 'ਚ ਉਤਰ ਜਾਵਾਂਗੇ, ਤਾਂ ਕਰਤਾ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਹੋਵੇਗੀ। ਗੁਰੂ ਸਾਹਿਬ ਜੀ ਨੇ ਇਸ ਗੱਲ ਸਮਝਾ ਦਿੱਤਾ ਕਿ ਨਾ ਭਾਈ, ਪਰਮਾਤਮਾ ਜੀ ਦੀ ਪ੍ਰਾਪਤੀ ਲਈ ਕਿਤੇ ਵੀ ਨਹੀਂ ਜਾਣਾ।
ਇੱਥੇ ਕਿਉਂ ਆਉਂਦੇ? ਇੱਥੇ ਪ੍ਰਮਾਤਮਾ ਦੀ ਪ੍ਰਾਪਤੀ ਲਈ ਨਹੀਂ, ਇੱਥੇ ਅਸੀਂ ਸਿੱਖਿਆ ਲਈ ਆਉਂਦੇ ਹਾਂ, ਗੁਰੂ ਕੀ ਸਿੱਖਿਆ ਲਈ ਆਉਂਦੇ। ਗੁਰੂ ਘਰ ਹੈ, ਇੱਥੇ ਗੁਰੂ ਕੀ ਸਿੱਖਿਆ, ਗੁਰੂ ਕੀ ਬਾਣੀ ਪੜ੍ਹਦੇ ਆ, ਗੁਰੂ ਕੀ ਸਿੱਖਿਆ ਸਾਖੀ ਨੂੰ ਸਮਝਦੇ ਆ, ਅਤੇ ਫਿਰ ਜਾ ਕੇ ਉਸ ਨੂੰ ਆਪਣੇ ਜੀਵਨ 'ਚ ਵਰਤਣਾ ਹੈ ਸਾਨੇ। ਇੱਥੇ ਗੁਰਮੁਖਾਂ ਦੀ ਸੰਗਤ ਹੁੰਦੀ ਹੈ, ਇੱਥੇ ਵਡੇਰਿਆਂ ਦੀ ਸੰਗਤ ਹੁੰਦੀ, ਜਿਨ੍ਹਾਂ ਦੇ ਕੋਲ ਸਾਨੂੰ ਸਿੱਖਣ ਨੂੰ ਮਿਲਦਾ ਹੈ। ਇਹ ਸਾਡੀ ਸਤਸੰਗਤ ਚਟਸਾਲ ਹੈ, ਜਿਵੇਂ ਪਾਠਸ਼ਾਲਾ 'ਚ ਬੱਚੇ ਬੈਠਦੇ ਨੇ, ਇਹ ਪਾਠਸ਼ਾਲਾ ਵਾਂਗ ਅਸੀਂ ਇੱਥੇ ਬੈਠਦੇ ਆ, ਇੱਥੋਂ ਜੀਵਨ ਦੀਆਂ ਜੁਗਤਾਂ ਸਮਝੀ ਦੀਆਂ ਨੇ। ਪਰ ਬਾਕੀ 22-23 ਘੰਟੇ ਤੇ ਘਰ ਪਰਿਵਾਰ 'ਚ ਆਪਣੇ ਵਿਵਹਾਰ 'ਚ ਰੁੱਝਣਾ ਹੈ ਨਾ, ਉਹ ਇੱਥੋਂ ਜੋ ਸਿੱਖ ਕੇ ਜਾਣਾ ਹੈ ਉੱਥੇ ਵਰਤਣਾ ਹੈ, ਉੱਥੇ ਉਹਦੇ ਹਾਲਾਤ ਮੁਤਾਬਕ ਆਪਣੇ ਆਪ ਨੂੰ ਢਾਲਣਾ ਅਤੇ ਬਦਲਣਾ ਹੈ। ਇਸ ਕਰਕੇ ਵਿਸ਼ਵਾਸ ਕਿਹੜਾ ਲੈ ਕੇ ਜਾਣਾ ਇੱਥੋਂ? ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਨਿਸ਼ਚਿੰਤ ਰਹੀਏ ਕਿ ਮੇਰਾ ਗੁਰੂ ਕਿਤੇ ਐਸਾ ਨਹੀਂ, ਦੁਨੀਆ ਦਾ ਗੁਰੂ ਨਹੀਂ ਕਿ ਛੱਡ ਕੇ ਕਿਤੇ ਆਪਣੇ ਡੇਰੇ ਬੈਠਾ ਹੋਏਗਾ। ਇਹ ਮੇਰਾ ਸਤਿਗੁਰੂ ਨਾਨਕ ਹੈ ਜੋ ਆਪਣੇ ਸਿੱਖ ਦੇ ਨਾਲ ਚੱਲਦੇ ਨੇ। ਅਸੀਂ ਸਾਖੀ ਪੜ੍ਹਦੇ ਆ, ਜੇ ਇੱਕ ਆ ਜਿਹੜੀ ਬੱਕਰੀਆਂ ਚਾਰਦਾ ਬਾਣੀ ਪੜ੍ਹਦਾ ਹੈ ਨਾ, ਅਤੇ ਉਹਦੇ ਪੈਰਾਂ 'ਤੇ ਕੰਡਿਆਂ ਦੀ ਝਰੀਟਾਂ ਲੱਗਦੀਆਂ, ਅਤੇ ਉਹ ਝਰੀਟਾਂ ਦੇ ਨਿਸ਼ਾਨ ਗੁਰੂ ਨਾਨਕ ਦੇ ਚਰਨਾਂ 'ਤੇ ਲੱਗਦੇ ਨੇ। ਮੇਰਾ ਸਤਿਗੁਰੂ ਮੇਰੇ ਨਾਲ ਹੈ, ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਫਿਰ ਮੈਂ ਕੀ ਕਰਾਂ? ਕਹਿਣਗੇ ਸਿਮਰ ਸਿਮਰ, ਯਾਦ ਕਰ ਕਰ ਉਸਨੂੰ, ਸਦਾ ਸੰਭਾਲੇ, ਹਿਰਦੇ ਸੰਭਾਲ ਕੇ ਰੱਖਣਾ ਹੈ। ਕਹਿਣ ਲੱਗੇ ਸੋ ਸਤਿਗੁਰੂ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਏ, ਜਿੱਥੇ ਵੀ ਕਿਤੇ ਮੇਰੇ 'ਤੇ ਵਿਕਾਰਾਂ ਦਾ ਦਬਾਅ ਪਏਗਾ ਮੈਨੂੰ ਬਚਾ ਲੈਣਗੇ, ਮੈਨੂੰ ਛਡਾ ਲੈਣਗੇ, ਮੈਨੂੰ ਵਿਸ਼ਵਾਸ ਹੈ। ਸਾਡੇ ਵਡੇਰਿਆਂ ਜੋਗਾਸਨੀ ਗਾਥਾ ਸੁਣਾਈ ਹੈ ਨਾ, ਤੁਰ ਪਏ ਨੇ, ਜੇ ਕਿਤੇ ਵਿਕਾਰ ਦਾ ਦਬਾਅ ਪਿਆ ਤੇ ਗੁਰੂ ਨੇ ਬਚਾ ਲਿਆ। ਵਿਸ਼ਵਾਸ ਰੱਖੀ ਸਾਨੂੰ ਵੀ ਬਚਾ ਲੈਣਗੇ, ਪਰ ਆਪਣੇ ਗੁਰੂ 'ਤੇ ਭਰੋਸਾ ਰੱਖਾਂਗੇ ਤਾਂ। ਜੇ ਭਰੋਸਾ ਰੱਖਾਂਗੇ ਵੀ ਗੁਰੂ ਹੈ ਨੇ ਤੇ ਗੁਰੂ ਬਚਾ ਵੀ ਲੈਣਗੇ। ਮਨੁੱਖੀ ਮਨ ਕਦੇ ਡੋਲ ਵੀ ਜਾਂਦਾ ਹੈ, ਕਦੇ ਗਲਤੀ ਦੇ ਰਾਹ 'ਤੇ ਵੀ ਤੁਰ ਜਾਂਦਾ ਹੈ, ਪਰ ਸੱਚਾ ਸਤਿਗੁਰੂ ਆਪਣੇ ਸਿੱਖ ਨੂੰ ਗਲਤੀ ਦੇ ਦਹਾਨੇ ਤੋਂ ਜਾ ਕੇ ਪਕੜ ਕੇ ਬਚਾ ਲੈਂਦੇ ਨੇ, ਡੁੱਬਣ ਤੋਂ ਪਹਿਲਾਂ ਬਚਾ ਲੈਂਦੇ ਨੇ। ਸਮਝ ਸਕੀਏ। ਇਸ ਕਰਕੇ ਕਹਿਣ ਲੱਗੇ ਤਿਸ ਗੁਰ ਕੋ ਸ਼ਾਬਾਸ਼ ਹੈ। ਮੈਂ ਤੇ ਬਾਰ-ਬਾਰ ਇਹੀ ਕਹਾਂਗਾ ਆਪਣੇ ਸਤਿਗੁਰੂ ਤੋਂ, ਸੱਚੇ ਪਾਤਸ਼ਾਹ ਤੁਸੀਂ ਧੰਨ ਹੋ, ਤੁਸੀਂ ਧੰਨ ਹੋ। ਹੁਕਮ ਹੈ ਨਾ, ਸਭ ਧੰਨ ਕਹੋ ਗੁਰੂ ਸਤਿਗੁਰੂ, ਗੁਰੂ ਸਤਿਗੁਰੂ ਜਿਨ ਮਿਲ ਹਰ ਪੜਦਾ ਕੱਜਿਆ। ਗੁਰਦੇਵ ਧੰਨ ਨੇ, ਸ਼ਾਬਾਸ਼ ਹੈ ਗੁਰਦੇਵ ਨੂੰ, ਜਿਨ ਹਰ ਸੋਝੀ ਪਾਈ, ਜਿਨ੍ਹਾਂ ਸਾਨੂੰ ਪ੍ਰਮਾਤਮਾ ਦੇ ਬਾਰੇ ਗਿਆਨ ਦਿੱਤਾ ਹੈ, ਸਮਝ ਦਿੱਤੀ ਹੈ। ਅਖੀਰ ਤੇ ਪਿਆਰ ਨਾਲ ਕਿ ਨਾਨਕ ਗੁਰ ਵਿਟੋਂ ਵਾਰਿਆ। ਆਪਣਾ ਨਾਂ ਲੈ ਕੇ ਭਾਈ ਮੈਂ ਤੇ ਆਪਣੇ ਗੁਰੂ ਤੋਂ ਬਲਿਹਾਰ ਜੇ ਵਾਰਿਆ, ਜੇ ਵਾਰਨੇ ਬਲਿਹਾਰ ਨੇ ਲੱਖ ਬਰੀਆ, ਮੈਂ ਤੇ ਲੱਖਾਂ ਵਾਰੀ ਬਲਿਹਾਰ ਜਾਵਾਂ ਆਪਣੇ ਗੁਰੂ ਤੋਂ। ਆ ਸਵੇਰੇ ਸਵੇਰੇ ਭਾਈ ਸਾਹਿਬ ਜੀ ਨੇ ਪੜ੍ਹ ਕੇ ਸੁਣਾਇਆ ਹੋਣਾ ਨਾ, ਇੱਥੇ ਬਲਿਹਾਰੀ ਗੁਰੇ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਨਾਨਕ ਗੁਰ ਵਿਟੋਂ ਵਾਰਿਆ, ਜਿਨ ਹਰ ਨਾਮ ਦੀਆ, ਜਿਨ੍ਹਾਂ ਨੇ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕੀਤੀ ਹੈ। ਅਤੇ ਨਾਲ ਹੋਰ ਕੀ ਕੀਤਾ? ਜਿਨ ਹਰ ਨਾਮ ਦੀਆ ਮੇਰੇ ਮਨ ਕੀ ਆਸ ਪੁਰਾਈ। ਅਤੇ ਨਾਮ ਦੇ ਸਦਕੇ ਸਾਡੇ ਮਨ ਦੀਆਂ ਸਾਰੀਆਂ ਆਸਾਂ ਨੂੰ ਵੀ ਪੂਰਨ ਕੀਤਾ, ਕਿਉਂਕਿ ਆਸਾ ਪੂਰਨ ਵੀ ਹੈ। ਗੁਰਦੇਵ ਕਿਰਪਾ ਕਰਨ ਅਸੀਂ ਆਪਣੇ ਗੁਰੂ ਤੋਂ ਬਲਿਹਾਰ ਜਾ ਸਕੇ। ਅਤੇ ਗੁਰਦੇਵ ਕਹਿੰਦੇ ਨੇ ਭਾਈ ਸਾਵਧਾਨ ਸੁਚੇਤ ਹੋ ਜਾਓ, ਅਜੇ ਤੁਸੀਂ ਬਣਤਰ ਨੂੰ ਬਿਹਤਰ ਨਹੀਂ ਬਣਾ ਸਕੇ। ਕੌਣ ਕੁਮਤ ਤੈ ਲੀਨੀ, ਤੁਸੀਂ ਕਿਹੜੀਆਂ ਗਲਤੀਆਂ ਕਰ ਬਚੋ, ਆਪਣੇ ਆਪ ਰਾਮ ਭਗਤੀ ਕਰਿਆ ਕਰੀ। ਭੁੱਲ ਚੁੱਕ ਦੇ ਖਿਮਾ, ਆਸੀਸ ਤੇ ਪਿਆਰ ਤੇ ਫਤਿਹ ਬੁਲਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।